ਸਾਡੇ ਬਹੁਤ ਹੀ सम्मानित ਗੈਸਟ ਰਾਜਵਿੰਦਰ ਜੀ, ਇਕਨੋਮਿਕਸ ਲੈਕਚਰਰ, ਆਪ ਜੀ ਦਾ ਸਵਾਗਤ ਹੈ ਰੀਅਲ ਇਨਫੋ ਦੇ ਸਟੂਡੀਓ ਵਿੱਚ। ਤੇ ਅਸੀਂ ਅੱਜ ਤੁਹਾਡੇ ਤੋਂ ਸਿੱਖਣਾ ਚਾਹੁੰਦੇ ਹਾਂ ਲਾ ਆਫ ਵੇਰੀਏਬਲ ਪ੍ਰੋਪੋਰਸ਼ਨਸ। ਇਕਨੋਮਿਕਸ ਵਿੱਚ ਇਹਦਾ ਬਹੁਤ ਮਹੱਤਵ ਹੈ, ਕਮਰਸ ਵਿੱਚ ਵੀ ਅਸੀਂ ਕਈ ਵਾਰ ਡਿਸਕਸ਼ਨ ਕਰਦੇ ਹੁੰਦੇ ਹਾਂ, ਤੇ ਅਸੀਂ ਚਾਹਾਂਗੇ ਕਿ ਇਹਦੇ ਬਾਰੇ ਤੁਸੀਂ ਸ਼ੁਰੂਆਤ ਕਰੋ ਕੁਛ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ, ਥੈਂਕ ਯੂ ਰੀਅਲ ਇਨਫੋ ਦਾ, ਜਿਨ੍ਹਾਂ ਨੇ ਅੱਜ ਸਾਨੂੰ ਸਟੂਡੀਓ ਪ੍ਰੋਵਾਈਡ ਕੀਤਾ, ਜਿਹਦੇ ਸਦਕੇ ਅੱਜ ਅਸੀਂ ਤੁਹਾਡੇ ਰੂਬਰੂ ਹੋ ਸਕੇ ਹਾਂ। ਔਰ ਇਕਨੋਮਿਕਸ ਦੇ ਜਿਹੜੇ ਕੁਝ ਚੈਪਟਰਸ ਨੇ +1 +2 ਦੇ, ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਕਿ ਇਹ ਚੈਪਟਰ ਦਾ ਨਾਂ ਤੁਹਾਡੇ ਕੋਲ ਸਲਾਈਡ ਤੇ ਪਹਿਲਾਂ ਲਿਖਿਆ ਹੋਇਆ ਹੈ, ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ। ਜੀ ਹੁਣ ਦੇਖੋ, ਥੋੜਾ ਜਿਹਾ ਪਰਿਵਰਤਨਸ਼ੀਲ ਅਨੁਪਾਤ ਸ਼ਬਦਾਵਲੀ ਜਿਹੜੀ ਹੈ, ਪੰਜਾਬੀ ਦੀ ਸ਼ਬਦਾਵਲੀ ਹੈ ਜੀ, ਤੇ ਜੇ ਅਸੀਂ ਇਹਨੂੰ ਇੰਗਲਿਸ਼ ਚ ਗਈ ਲਾ ਵੇਰੀਏਬਲ ਪ੍ਰੋਪੋਰਸ਼ਨ, ਉਹ ਬੜੇ ਸੌਖੇ ਤਰੀਕੇ ਨਾਲ ਹੋ ਜਾਂਦਾ। ਹਾਂ, ਕੋਈ ਚੀਜ਼ਾਂ ਨਾ ਇੰਗਲਿਸ਼ ਚ ਜ਼ਿਆਦਾ ਸੌਖੀਆਂ ਸਮਝ ਆ ਰਹੀਆਂ, ਮੈਂ ਵੇਖ ਰਿਹਾ ਹਾਂ ਜੀ। ਔਰ ਇਹਦੇ ਵਾਸਤੇ ਮੈਂ ਸਭ ਤੋਂ ਪਹਿਲੇ ਇੱਕ ਅਧਿਆਪਕ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਜ਼ਰੂਰ ਆਪਣੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇੰਗਲਿਸ਼ ਦੀ ਟਰਮੀਨੋਲੋਜੀ ਵੀ ਯੂਜ਼ ਕਰਨ ਦੇ ਵਾਸਤੇ ਉਤਸ਼ਾਹਿਤ ਕਰਨ ਜੀ। ਔਰ ਇਹਦਾ ਇੱਕ ਉਪਰਾਲਾ ਅਸੀਂ ਕਰ ਰਹੇ ਹਾਂ। ਅਸੀਂ ਲਗਭਗ 1300-1400 ਦੇ ਕਰੀਬ ਵਰਡਸ ਜਿਹੜੇ ਨੇ ਇਕਨੋਮਿਕਸ ਦੇ ਵਿੱਚ ਜਿਹੜੇ ਨੇ ਉਹ ਨਿਕਾਲੇ ਨੇ, ਜਿਨ੍ਹਾਂ ਦੀ ਇੰਗਲਿਸ਼ ਔਰ ਪੰਜਾਬੀ ਜਿਹੜੀ ਅਸੀਂ ਟਰਮੀਨੋਲੋਜੀ ਨੂੰ ਤੁਸੀਂ ਟਰਮੀਨੋਲੋਜੀ, ਮੈਨੂੰ ਲੱਗਦਾ ਤੁਸੀਂ ਇਹਦਾ ਮੈਥਮੈਟਿਕਸ ਵਿੱਚ ਵੀ ਕੰਮ ਕਰ ਚੁੱਕੇ ਜੀ। ਹਾਂਜੀ, ਉਹ ਅਸੀਂ ਮੈਥ ਦੇ ਵਿੱਚ ਵੀ ਅਸੀਂ ਕੀਤਾ ਸੀਗਾ। ਔਰ ਇਹਦੇ ਨਾਲ ਕਿਉਂਕਿ ਨਾਰਮਲੀ ਦੇਖਿਆ ਜਾਵੇ 100 ਤੋਂ 99.9% ਜਿਹੜੇ ਅਧਿਆਪਕ ਨੇ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹ ਕੇ ਆਏ ਨੇ। ਹਾਂ, ਉਹਨਾਂ ਲਈ ਪੰਜਾਬੀ ਦੇ ਵਿੱਚ ਉਹਨਾਂ ਲਈ ਕਈ ਵਾਰੀ ਕਈ ਟਰਮ ਜਿਹੜੀਆਂ ਨੇ ਉਹ ਮੁਸ਼ਕਿਲ ਹੋ ਜਾਂਦੀਆਂ ਨੇ। ਸੋ ਮੈਨੂੰ ਲੱਗਾ ਕਿ ਇਹਦੇ ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ, ਔਰ ਉਹਦਾ ਮੇਰਾ ਕੰਮ ਚੱਲ ਰਿਹਾ ਜੀ। ਤੇ ਹੁਣ ਆਨੇ ਆ ਅਸੀਂ ਜਿਹੜਾ ਹੈ, ਠੀਕ ਹੈ ਜੀ, ਇਹਦਾ ਲੈਸਨ ਜਿਹੜਾ ਹੈਗਾ ਪਰਿਵਰਤਨ ਦਾ ਪਰਿਵਰਤਨਸ਼ੀਲ ਅਨੁਪਾਤ ਦਾ। ਅੱਛਾ, ਠੀਕ ਹੈ ਜੀ। ਦੇਖੋ, ਜਿਹੜਾ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਹੈ, ਉਹਨੂੰ ਅਸੀਂ ਇੱਕ ਸਾਧਨ ਦੇ ਪ੍ਰਤੀਫਲ ਦਾ ਨਿਯਮ ਹੈ, ਜਿਸ ਨੂੰ ਘਟਦੇ ਸੀਮਾਂਤ ਉਤਪਾਦ ਦਾ ਨਿਯਮ ਵੀ ਕਿਹਾ ਜਾ ਜਾਂਦਾ ਹੈ। ਲਾ ਆਫ ਡਿਮਿਨਿਸ਼ਿੰਗ ਮਾਰਜਨਲ ਰਿਟਰਨ ਵੀ ਕਿਹਾ ਜਾਂਦਾ ਹੈ। ਜੀ ਜੀ। ਕਿਉਂ ਕਿਹਾ ਜਾਂਦਾ ਹੈ? ਕਿ ਇਹਦੇ ਵਿੱਚ ਇੱਕ ਫੈਕਟਰ ਆਫ ਪ੍ਰੋਡਕਸ਼ਨ। ਚਲੋ, ਇਸ ਤੋਂ ਪਹਿਲੇ ਅਸੀਂ ਹੋਰ ਡਿਸਕਸ ਕਰਦੇ ਹਾਂ ਕਿ ਬੱਚਿਆਂ ਨੂੰ ਇਹ ਲਾਅ ਪੜ੍ਹਾਉਣ ਤੋਂ ਪਹਿਲੇ ਅਸੀਂ ਕੁਝ ਬੇਸਿਕ ਚੀਜ਼ਾਂ ਨੇ ਜਿਹਦੇ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਬਿਲਕੁਲ, ਦੇਖੋ ਬੇਸਿਕ ਟਰਮੀਨੋਲੋਜੀ ਬਹੁਤ ਜ਼ਰੂਰੀ ਹੈ। ਮੇਰੇ ਬੱਚਿਆਂ ਨੂੰ ਮੰਨ ਲਓ ABC ਨਹੀਂ ਪਤਾ, ਉਹਨੂੰ ਮੈਂ ਐਸੇ ਪੜ੍ਹਾਉਣਾ ਸ਼ੁਰੂ ਕਰ ਦਵਾਂ ਤੇ ਵੈਰੀ ਡਿਫਿਕਲਟ ਜਾਏਗਾ ਨਾ। ਤੇ ਉਹਦੇ ਵਿੱਚ ਜਿਵੇਂ ਦੇਖੋ, ਪ੍ਰੋਡਕਸ਼ਨ, ਉਤਪਾਦਨ ਕੀ ਹੁੰਦਾ? ਪ੍ਰੋਡਕਸ਼ਨ ਮੈਨੇ ਕਿਸੇ ਚੀਜ਼ ਨੂੰ ਉਤਪਾਦਨ ਕਰਨਾ, ਠੀਕ ਹੈ। ਉਤਪਾਦਨ ਫੰਕਸ਼ਨ यानी कि उत्पादन दा फलन, यानी कि प्रोडक्शन फंक्शन की चीज है, ਉਹਦੇ ਬਾਰੇ ਜਾਣੀ ਦੇਣੀ। ਉਤਪਾਦਨ ਦੇ ਸਾਧਨ ਕਿਹੜੇ ਕਿਹੜੇ ਨੇ, ਜਿਹਨੂੰ ਅਸੀਂ ਕਹਿ ਦਿੰਦੇ ਆ 4 ਫੈਕਟਰ ਆਫ ਪ੍ਰੋਡਕਸ਼ਨ, ਕਿਹੜੇ ਨੇ? ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ, ਠੀਕ ਹੈ। ਉਹਦੇ ਬਾਰੇ ਜਾਣਕਾਰੀ ਦੇਣਾ। ਔਰ ਉਸ ਤੋਂ ਬਾਅਦ ਫਿਕਸਡ ਔਰ ਵੇਰੀਏਬਲ ਕਿਹੜੇ ਨੇ, ਠੀਕ ਹੈ। ਇਹ ਬੇਸਿਕ ਟਰਮਸ ਨੇ ਜਿਹੜੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਕਲੀਅਰ ਹੋਣੀਆਂ ਜ਼ਰੂਰੀ ਨੇ ਜਦੋਂ ਕਿ ਉਹ ਆਪਣਾ ਕਿਸੇ ਵੀ ਟੌਪਿਕ ਨੂੰ ਸ਼ੁਰੂ ਕਰਦੇ ਨੇ। ਤੇ ਉਹਨੂੰ ਟੌਪਿਕ ਦੀ ABC ਪਤਾ ਹੋਵੇ ਵੀ ਅਸੀਂ ਇਹ ਚੀਜ਼ ਪੜ੍ਹ ਰਹੇ ਹਾਂ। ਵੀ ਜਦੋਂ ਬਾਰ-ਬਾਰ ਤੁਹਾਡੀਆਂ ਟਰਮਸ ਆਉਣਗੀਆਂ, ਜੇ ਬੱਚੇ ਨੂੰ ਨਹੀਂ ਪਤਾ ਹੋਏਗਾ ਤੇ ਬੱਚਾ ਉਹ ਕਲੀਅਰ ਤਰੀਕੇ ਦੇ ਨਾਲ ਉਹਦੀ ਗੱਲਬਾਤ ਜਿਹੜੀ ਹੈ ਉਹ ਨਹੀਂ ਕਰ ਸਕੇ। ਰਾਜਿੰਦਰ ਜੀ, ਮੈਂ ਇਸ ਬਾਰੇ ਨਾ ਬੜਾ ਗਾਈਡ ਕਰਦਾ ਹੁੰਦਾ, ਖਾਸ ਕਰਕੇ +1 ਦੇ ਬੱਚਿਆਂ ਨੂੰ। ਮੈਂ ਇਹਨਾਂ ਨੂੰ ਕਿ ਜਦੋਂ ਆਪਾਂ ਰਜਿਸਟਰ ਲਗਾ ਰਹੇ ਹਾਂ ਨਾ, ਸ਼ੁਰੂਆਤ ਤੁਸੀਂ ਕਰੋ ਸਿਲੇਬਸ ਲਿਖਣ ਤੋਂ ਬਾਅਦ, ਆਪਣੇ ਜੋ ਵੀ ਅਸੀਂ ਕੁਐਸਚਨ ਆਨਸਰ ਕਰਾ ਰਹੇ ਹਾਂ, ਲੈਸਨ ਸਮਝਾ ਰਹੇ ਹਾਂ, ਮਗਰ ਜਿਹੜੀ ਉਹਦੀ ਬੈਕ ਸਾਈਡ ਹੈਗੀ ਆ, ਪਿਛਲੇ ਪੇਜ ਹੈਗੇ, ਉੱਥੇ ਮੈਂ ਟਰਮੀਨੋਲੋਜੀ ਉਹਨਾਂ ਨੂੰ ਲਿਖਾਉਣੀ ਸ਼ੁਰੂ ਕਰ ਦਿੰਦਾ, ਤਾਂ ਕਿ ਉਹਨਾਂ ਨੂੰ ਜਦੋਂ ਵੀ ਲੋੜ ਪਵੇ ਕਿ ਇਹ ਸ਼ਬਦ ਕੀ ਹੈਗਾ ਆ ਤੇ ਉਹਦਾ ਸੌਖੇ ਸ਼ਬਦਾਂ 'ਚ ਅਰਥ ਕੀ ਹੈਗਾ ਆ, ਉਹ ਮਿਲ ਜਾਵੇ। ਤੇ ਮੈਨੂੰ ਲੱਗਦਾ ਕਿ ਸਾਰੇ ਟੀਚਰ ਸਾਹਿਬਾਨ ਅਗਰ ਇਸ ਚੀਜ਼ ਨੂੰ ਸਮਝਣ ਨਾ ਕਿ ਜਿਹੜੀ ਇਹਦੀ ਟਰਮੀਨੋਲੋਜੀ ਹੈ, ਚਾਹੇ ਆਪਾਂ ਸਾਇੰਸ ਦੇ ਸਟੂਡੈਂਟ ਬਣ ਕੇ ਸਾਇੰਸ ਪੜ੍ਹਨ ਚੱਲੇ ਹਾਂ, ਚਾਹੇ ਆਪਾਂ ਇਕਨੋਮਿਕਸ ਪੜ੍ਹਨ ਆਏ ਹਾਂ, ਕਿਤੇ ਨਾ ਕਿਤੇ ਟਰਮੀਨੋਲੋਜੀ ਦਾ ਬੇਸਿਕ ਗਿਆਨ ਹੋਣ ਦੀ ਬਹੁਤ ਲੋੜੀਂਦਾ ਹੈਗੀ ਆ। ਬਿਲਕੁਲ ਠੀਕ ਕਹਿ ਰਹੇ ਸਰ, ਬਿਲਕੁਲ ਠੀਕ ਹੈ ਜੀ। ਜੀ ਅੱਗੇ ਵਧੀਏ ਹੁਣ। ਹਾਂਜੀ, ਅੱਗੇ ਤੇ ਕਰਦੇ ਹਾਂ ਜੀ। ਦੇਖੋ, ਹੁਣ ਇਹ ਟਰਮ ਜਿਹੜੀ ਮੈਂ ਗੱਲ ਕੀਤੀ ਹੈ, ਉਹਨਾਂ ਦੀ ਐਕਸਪਲੇਨੇਸ਼ਨ ਇੱਥੇ ਸਾਡੇ ਕੋਲ ਸਾਹਮਣੇ ਹੈਗੀ ਹੈ। ਉਤਪਾਦਨ ਜੀ, ਉਤਪਾਦਨ ਤੋਂ ਭਾਵ ਆਗਤਾ, ਸਾਧਨਾ ਦਾ ਨਿਰਾਕਤਾ ਵਿੱਚ ਉਤਪਾਦਨ ਕਰਨਾ ਜਾਂ ਰੂਪਾਂਤਰਨ ਕਰਨਾ। ਉਤਪਾਦਨ ਬੇਸਿਕਲੀ ਪ੍ਰੋਡਕਸ਼ਨ ਕੀ ਹੈ? ਕੋਈ ਚੀਜ਼ ਅਸੀਂ ਰਾ ਮਟੀਰੀਅਲ ਲੈਣੇ ਹਾਂ, ਉਹਨੂੰ ਅਸੀਂ ਚੇਂਜ ਕਰਨੇ ਆ, ਕਨਵਰਟ ਕਰਨੇ ਆ, ਔਰ ਉਹਨੂੰ ਅਸੀਂ ਯੂਜ਼ ਕਰਨ ਦੇ ਲਾਇਕ ਬਣਾ ਕੇ ਮਾਰਕੀਟ 'ਚ ਸਪਲਾਈ ਕਰਦੇ ਹਾਂ, ਠੀਕ ਹੈ। ਫੋਰ ਐਗਜ਼ਾਮਪਲ, ਰੂੰ ਲਿਆ, ਰੂੰ ਤੋਂ ਲੈ ਕੇ ਅਸੀਂ ਉਹਦਾ ਕੀ ਹੈ, ਉਹਦਾ ਧਾਗਾ ਬਣਦਾ ਹੈ, ਧਾਗੇ ਤੋਂ ਉਹਦਾ ਕੱਪੜਾ ਬਣਦਾ ਹੈ, ਕੱਪੜੇ ਤੋਂ ਉਹਦਾ ਜਿਹੜਾ ਡਰੈਸ ਬਣਾਈ ਜਾਂਦੀ ਹੈ। ਇਹ ਇੱਕ ਕਿਸਮ ਦਾ ਪ੍ਰੋਡਕਸ਼ਨ ਹੋ ਗਿਆ। ਹਰ ਲੈਵਲ ਤੇ ਪ੍ਰੋਡਕਸ਼ਨ ਹੈ। ਕਿਸੇ ਲੈਵਲ ਤੇ ਉਹ ਚੀਜ਼ ਇਨਪੁਟ ਹੈ ਔਰ ਕਿਸੇ ਲੈਵਲ ਤੇ ਉਹ ਫਿਕਸ ਅੱਗੇ ਫਾਈਨਲ ਪ੍ਰੋਡਕਟ ਹੈ। ਇਹ ਅੱਗੇ ਡਿਸਕਸ ਕਰਾਂਗੇ, ਇਹ ਨਹੀਂ ਕਰ ਰਹੇ ਕਿ
ਜਿਹੜੀ ਇਨਪੁਟ ਜਿਹੜੀ ਕਿਹੜੀ ਚੀਜ਼ ਹੈ ਔਰ ਉਹਨੂੰ ਬਾਅਦ ਚੋਂ ਫਾਈਨਲ ਪ੍ਰੋਡਕਟ ਵੀ ਬਣ ਜਾਂਦੀ ਹੈ, ਇੰਟਰਮੀਡੀਏਟ ਵੀ ਬਣ ਜਾਂਦੀ ਹੈ। ਠੀਕ ਹੈ। ਠੀਕ ਹੈ। ਦੂਸਰਾ ਉਤਪਾਦਨ ਸਾਡਾ ਫਲਨ। ਉਤਪਾਦਨ ਦੇ ਸਾਧਨਾਂ ਅਤੇ ਉਤਪਾਦਿਤ ਵਸਤੂਆਂ ਵਿਚਕਾਰ ਸੰਬੰਧ ਨੂੰ ਉਤਪਾਦਨ ਫਲਨ ਕਿਹਾ ਹੈ। ਪ੍ਰੋਡਕਸ਼ਨ ਫੰਕਸ਼ਨ ਜੀ, ਪ੍ਰੋਡਕਸ਼ਨ ਫੰਕਸ਼ਨ ਬੇਸਿਕਲੀ ਕੀ ਹੈ, ਉਹ ਉਹੀ ਜਿਹੜੇ ਸਾਧਨ ਜਿਹੜੇ ਪ੍ਰੋਡਕਸ਼ਨ ਦੇ ਵਿੱਚ ਲੱਗਦੇ ਨੇ, ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਕੀਤੀ ਹੈ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੈਨਿਓਰ, ਉਹਨਾਂ ਦੇ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ, ਦੈਟ ਇਜ਼ ਕਾਲਡ ਦਾ ਪ੍ਰੋਡਕਸ਼ਨ ਫੰਕਸ਼ਨ ਰਿਲੇਸ਼ਨ, ਜਿਹੜਾ ਹੈ ਪ੍ਰੋਡਕਸ਼ਨ ਫੰਕਸ਼ਨ। ਠੀਕ ਹੈ। ਉਹ ਦੇਖੋ ਕਈ ਵਾਰੀ ਪੰਜਾਬੀ ਔਰ ਇੰਗਲਿਸ਼ ਬੋਲ ਕਈ ਵਾਰੀ ਥੋੜੀ ਜੀ ਹੋ ਜਾਂਦੀ ਹੈ, ਇਸ ਕਰਕੇ ਕਿਉਂਕਿ ਸਾਡੇ ਕੋਲ ਨਾਰਮਲੀ ਰੂਟੀਨ 'ਚ ਅਸੀਂ ਪੜਾਉਂਦੇ ਹਾਂ ਤਾਂ ਇੰਗਲਿਸ਼ ਦੇ ਸਾਡੇ ਕੋਲ ਟਰਮ ਸਾਡੇ ਦਿਮਾਗ 'ਚ ਪਈਆਂ ਹੁੰਦੀਆਂ ਨੇ, ਅਸੀਂ ਉਹਨੂੰ ਯੂਜ਼ ਕਰਦੇ ਹਾਂ। ਜੀ ਜੀ। ਉਤਪਾਦਨ ਦੇ ਸਾਧਨਾਂ ਦੀ ਕਿਸਮਾਂ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਜੀ। ਤੁਹਾਨੂੰ ਪਹਿਲੇ ਗੱਲ ਕਿ ਸਥਿਰ ਅਤੇ ਪਰਿਵਰਤਨਸ਼ੀਲ, ਫਿਕਸ ਫੈਕਟਰ ਆਫ ਪ੍ਰੋਡਕਸ਼ਨ ਐਂਡ ਵੇਰੀਏਬਲ ਪ੍ਰੋਡਕਸ਼ਨ ਆਫ ਫੈਕਟਰ। ਠੀਕ ਹੈ। ਵੇਰੀਏਬਲ ਫਿਕਸਡ ਕਿਹੜੇ ਨੇ? ਫॉर एग्जांपल ਲੈਂਡ ਹੈ, ਹਾਂ ਉਹ ਫਿਕਸ ਤੇ ਲੈਂਡ ਫਿਕਸਡ ਹੈ ਜੀ, ਉਹ ਚੇਂਜ ਨਹੀਂ ਹੋਣਗੇ। ਜੀ ਜੀ, ਅਸੀਂ ਸਮਝਾਉਣੇ ਇਸ ਤਰ੍ਹਾਂ ਹੀ। ਠੀਕ ਹੈ। ਇਸੇ ਤਰੀਕੇ ਨਾਲ ਵੇਰੀਏਬਲ ਕੀ ਹੈ? ਮੈਂ ਉਹਦੇ ਉੱਤੇ ਕੋਈ ਸਬਜ਼ੀ ਇੱਕ ਵਾਰੀ ਲਗਾ ਰਿਹਾ, 2 ਵਾਰੀ ਲਗਾ ਰਿਹਾ, 3 ਵਾਰੀ ਬੀਜ ਪਾ ਰਿਹਾ, ਖਾਦਾਂ ਦੀ ਵਰਤੋਂ ਵੱਧ ਜਿਹੜਾ ਘੱਟ, ਕਿਸਾਨ ਦਾ ਜਿਹੜਾ ਖੇਤ ਆ ਉਹ ਤੇ ਹੋ ਗਿਆ, ਖੇਤ ਕੀ ਹੋ ਗਿਆ ਆਪਣੇ ਆਪ ਚ ਫਿਕਸਡ ਹੋ ਗਿਆ। ਸਥਿਰ ਸਾਧਨ ਹੋ ਗਿਆ। ਹਾਂ, ਸਥਿਰ ਭੂਮੀ ਜਿਹੜੀ ਸਥਿਰ ਹੋ ਗਈ। ਭੂਮੀ ਜਿਹੜੀ ਆ, ਹਾਂਜੀ। ਔਰ ਜਿਹੜਾ ਵੇਰੀਏਬਲ ਹੈ ਉਹਦੇ ਉੱਤੇ ਲਗਾਏਗੀ ਅਸੀਂ ਮਾਤਰਾ ਕਿੰਨੀ ਵਧਾ ਘਟਾ ਸਕਦੇ ਹਾਂ, ਉਹ ਚੇਂਜ ਹੋਏਗੀ। ਉਹ ਚੇਂਜ ਹੋਗੀ। ਠੀਕ। ਫॉर एग्जांपल ਇੱਕ ਟੇਲਰ ਜਿਹੜਾ ਹੈ, ਮੰਨ ਲਓ ਆਪਣੀ ਸ਼ਾਪ ਖੋਲਦਾ ਹੈ, ਮਸ਼ੀਨ ਲੈਂਦਾ ਤੇ ਉਹਦੇ ਫਿਕਸਡ ਐਸੈਟ ਹੋ ਗਏ। ਉਹਨੇ ਸ਼ਾਪ ਹੈ, ਉਹਦੇ ਕੋਲ ਉਹਦੀ ਮਸ਼ੀਨ ਹੈ, ਉਹਦੇ ਕੋਲ ਹੋਰ ਆਪਣੇ ਔਜ਼ਾਰ ਨੇ, ਲੇਕਿਨ ਉਹ ਪ੍ਰੋਡਕਸ਼ਨ ਵਧਾਉਣ ਅਤੇ ਜਿਵੇਂ ਕੱਪੜਾ ਖਰੀਦਦਾ ਹੈ, ਧਾਗਾ ਖਰੀਦਦਾ ਜਾਂ ਹੋਰ ਵੀ ਰਿਲੇਟਡ ਮਟੀਰੀਅਲ ਜਿਹੜਾ ਉਹਨੂੰ ਯੂਜ਼ ਹੁੰਦਾ ਹੈ, ਤੇ ਉਹ ਉਹਦੇ ਕੀ ਆ ਗਏ? ਵੇਰੀਏਬਲ ਹੋ ਗਏ। ਠੀਕ ਹੈ। ਠੀਕ ਹੈ ਜੀ। ਠੀਕ ਇਸ ਤਰ੍ਹਾਂ ਸਥਿਰ ਸਾਧਨ ਦੀ ਗੱਲ ਤੁਹਾਨੂੰ ਮੈਂ ਦੱਸ ਦਿੱਤੀ ਕਿ ਉਹ ਸਾਧਨ ਹਨ ਜਿਨ੍ਹਾਂ ਦੀ ਮਾਤਰਾ ਉਤਪਾਦਨ ਦੀ ਮਾਤਰਾ ਵਿੱਚ ਪਰਿਵਰਤਨ ਆਉਂਦਾ ਹੈ ਤੇ ਵੀ ਸਥਿਰ ਰਹਿੰਦੀਆਂ ਹਨ। ਅੱਛਾ। ਉਹਨੇ ਸ਼ਾਪ ਲਿੱਤੀ, ਸ਼ਾਪ ਉਹੀ ਰਹਿਣੀ ਹੈ, ਉਹਦੀ ਜਿਹੜੀ ਮਸ਼ੀਨ ਹੈ ਉਹੀ ਰਹਿਣੀ ਹੈ, ਉਹਦੀ ਕੈਂਚੀ ਉਹੀ ਰਹਿਣੀ ਹੈ, ਉਹਦੇ ਟੇਬਲ ਉਹੀ ਰਹਿਣਾ ਹੈ, ਭੂਮੀ ਪੂੰਜੀ ਆਦਿ। ਫॉर ਕੁਝ एग्जांपल ਪਰਿਵਰਤਨਸ਼ੀਲ ਸਾਧਨ ਵੀ ਹਨ ਨਾ। ਉਹ ਪਰਿਵਰਤਨਸ਼ੀਲ ਸਾਧਨ ਜਿਹੜੇ ਨੇ, ਉਹ ਜਿਵੇਂ ਕਿਰਤ ਸ਼ਕਤੀ, ਉਹ ਮੰਨ ਲਓ ਆਪੇ ਕੰਮ ਕਰ ਰਿਹਾ ਹੈ, ਇੱਕ ਹੋਰ ਮਜ਼ਦੂਰ ਆਪਣੇ ਨਾਲ ਕੋਈ ਲੇਬਰ ਨਾਲ ਲਗਾ ਲੈਂਦਾ ਹੈ, ਉਹਨੂੰ ਮਾਲ ਦੀ ਲੋੜ ਹੈ, ਉਹ ਹੋਰ ਕਪੜਾ ਖਰੀਦ ਲੈਂਦਾ ਹੈ। ਦੁਕਾਨ 'ਚ ਜੇ ਮੰਨ ਲਓ ਮਸ਼ੀਨ ਨਾ ਚੱਲ ਰਹੀ ਹੈ ਕੋਈ ਚੀਜ਼, ਤੇ ਉਹ ਮਸ਼ੀਨ ਵਿੱਚ ਬੱਤੀ ਜਿਹੜੀ ਹੈ ਜਿੰਨੀ ਜ਼ਿਆਦਾ ਯੂਜ਼ ਕਰੇਗਾ ਉਨੀ ਵੱਧ ਲੱਗੇਗੀ। ਉਹ ਸਾਡੀ ਚੀਜ਼ ਕੀ ਹੋ ਜਾਏਗੀ? ਪਰਿਵਰਤਨਸ਼ੀਲ ਸਾਧਨ ਹੋ ਜਾਏਗਾ। ਹੁਣ ਆਪਾਂ ਆ ਰਹੇ ਉਤਪਾਦਨ ਦੀਆਂ ਧਾਰਨਾਵਾਂ। ਹਾਂਜੀ ਬਿਲਕੁਲ। ਉਤਪਾਦਨ ਦੀ ਧਾਰਨਾਵਾਂ ਦੀ ਗੱਲ ਕਰੀਏ, ਸਭ ਤੋਂ ਪਹਿਲੀ ਧਾਰਨਾਵਾਂ ਆਉਂਦੀ ਸਾਡੇ ਕੋਲ ਕੁੱਲ ਉਤਪਾਦ। ਠੀਕ ਹੈ ਜੀ। ਟੋਟਲ ਪ੍ਰੋਡਕਟ। ਟੋਟਲ ਉਤਪਾਦਨ ਦੀ ਪ੍ਰਕਿਰਿਆ ਦੇ ਦੌਰਾਨ ਸਥਿਰ ਸਾਧਨਾਂ ਅਤੇ ਪਰਿਵਰਤਨਸ਼ੀਲ ਸਾਧਨਾਂ ਦੀ ਇਕਾਈਆਂ ਵਰਤਣਾ, ਜਿੰਨੀ ਵਸਤੂਆਂ ਦੀ ਇਕਾਈਆਂ ਪੈਦਾ ਹੁੰਦੀਆਂ ਹਨ ਉਹਨਾਂ ਦੇ ਜੋੜ ਨੂੰ ਕੁੱਲ ਉਤਪਾਦ ਕਿਹਾ ਜਾਂਦਾ ਹੈ। ਠੀਕ। ਫॉर एग्जांपल ਮੈਂ ਹੁਣੇ ਇੱਕ ਐਗਜ਼ਾਮਪਲ ਛੋਟੀ ਜੀ ਗੱਲ ਕੀਤੀ ਹੈ। ਇੱਕ ਟੇਲਰ ਹੈ, ਆਪਣੀ ਸ਼ਾਪ ਦੇ ਉੱਤੇ ਉਹ ਮਸ਼ੀਨ ਦੇ ਉੱਤੇ ਸੂਟ ਸਿੰਦਾ ਹੈ, ਉਹ ਇੱਕ ਮਸ਼ੀਨ ਉਹਨੇ ਫਿਕਸਡ ਐਸੈਟ ਲਗਾ ਲਏ, ਉਹਦੀ ਜਿਹੜੀ ਸ਼ਾਪ ਹੈ ਉਹ ਵੀ ਉਹਦੇ ਕੋਲ ਹੈ, ਔਰ ਉਸ ਤੋਂ ਬਾਅਦ ਉਹ ਜਿੰਨਾ ਪ੍ਰੋਡਕਸ਼ਨ ਕਰਦਾ ਹੈ, ਠੀਕ ਹੈ ਜੀ, ਉਹ ਜਿੰਨੇ ਇੱਕ ਮਜ਼ਦੂਰ ਨੂੰ ਲਗਾ ਕੇ ਆਪਣੇ ਨਾਲ ਇੱਕ ਲੇਬਰ ਨੂੰ ਜੋ ਪ੍ਰੋਡਕਸ਼ਨ ਟੋਟਲ ਪ੍ਰੋਡਕਸ਼ਨ ਹੁੰਦੀ ਹੈ ਉਹਨੂੰ ਅਸੀਂ ਕੀ ਕਹਿ ਦਿੱਤਾ? ਟੋਟਲ ਪ੍ਰੋਡਕਟ, ਟੀਪੀ ਕਹਿਤਾ। ਉਹ ਸਾਰਾ ਜੁੜ ਜਾਣਗੇ। ਠੀਕ ਹੈ। ਜਿਵੇਂ ਫॉर एग्जांपल ਇੱਥੇ ਦਿੱਤੀ ਹੋਈ ਹੈ, ਜੇਕਰ ਪਰਿਵਰਤਨਸ਼ੀਲ ਸਾਧਨ ਦੇ 6 ਇਕਾਈਆਂ ਦਾ ਪ੍ਰਯੋਗ ਹੁੰਦਾ ਹੈ ਤਾਂ ਟੋਟਲ ਪ੍ਰੋਡਕਟ ਹੋ ਗਿਆ 10 12 13 13 10, ਇਹ ਟੋਟਲ ਪ੍ਰੋਡਕਟ ਸਾਰਾ ਜੋੜ ਲਗਾ ਲਾ। ਜਿਹੜੇ ਜਿੰਨਾ ਪ੍ਰੋਡਕਸ਼ਨ ਉਹਨੇ ਟੋਟਲ ਕੀਤੀ। ਠੀਕ ਹੈ। ਠੀਕ ਹੈ। ਹੁਣ ਆ ਗਿਆ ਸੀਮਾਂਤ ਉਤਪਾਦ। ਸੀਮਾਂਤ ਵਰਡ ਕਿਦੋਂ ਯੂਜ਼ ਹੁੰਦਾ? ਮਾਰਜਨਲ ਪ੍ਰੋਡਕਟ ਕੀ ਚੀਜ਼ ਹੈਗੀ? ਜਦੋਂ ਟੋਟਲ ਪ੍ਰੋਡਕਸ਼ਨ ਤੋਂ ਇਲਾਵਾ ਇੱਕ ਐਕਸਟਰਾ ਚੀਜ਼ ਉਤਪਾਦ ਕਰਦੇ ਹਾਂ ਉਹਨੂੰ ਅਸੀਂ ਕਹਿੰਦੇ ਆ, ਉਹ ਵਰਕ ਨੂੰ ਕੀ ਕਹਿੰਦੇ ਆ? ਸੀਮਾਂਤ ਉਤਪਾਦ। ਜਿਵੇਂ ਪਹਿਲੇ ਫॉर एग्जांपल ਉਹ 100 ਚੀਜ਼ਾਂ ਪ੍ਰੋਡਕਸ਼ਨ ਕਰਦਾ ਸੀਗਾ, ਹੁਣ ਉਹ 103 ਕਰ ਰਿਹਾ। ਅੱਛਾ। ਤੇ 103 ਮਾਈਨਸ 3 ਜਿਹੜੀਆਂ, ਉਹ 3 ਜਿਹੜੀਆਂ ਉਹ ਸਾਡੇ ਕੋਲ ਗਿਆ, ਉਹ ਸੀਮਾਂਤ ਉਤਪਾਦ ਕਿਹਾ ਜਾਏਗਾ। ਠੀਕ ਹੈ। ਮੈਂ ਵੇਖ ਰਿਹਾ ਵੇਖੋ ਜਿਸ ਤਰ੍ਹਾਂ ਤੁਸੀਂ ਪਾਵਰ ਪੁਆਇੰਟ ਬਣਾਈ ਹੋਈ ਆ, ਬੱਚਿਆਂ ਲਈ ਕਿੰਨਾ ਆਸਾਨ ਹੈਗਾ ਕਿ ਜੇ ਆ ਕੁਐਸਚਨ ਆ ਜਾਂਦਾ ਆ ਤੇ ਆਨਸਰ ਸਾਹਮਣੇ ਲਿਖਿਆ ਹੋਇਆ ਜੇ, ਇੱਕ ਵਾਰ ਉਹ ਤੁਹਾਡੇ ਜਿਸ ਤਰ੍ਹਾਂ ਤੁਸੀਂ ਸਮਝਾਤਾ ਆ, ਅਗਰ ਉਹ ਯਾਦ ਕਰ ਲੈਣ, ਸਮਝ ਲੈਣ, ਤੇ ਕਿਤੇ ਨਾ ਕਿਤੇ ਪੇਪਰਾਂ ਵਿੱਚ 100% ਰਿਜ਼ਲਟ ਜਿਹੜਾ ਸਾਡਾ ਉਹ ਆ ਕੇ ਆਏਗਾ। ਮਿਸ਼ਨ 100% ਜਿਹੜਾ ਹੈ ਉਹ ਅਸੀਂ ਅਚੀਵ ਕਰ ਸਕਦੇ ਹਾਂ। ਦੇਖੋ ਬੜੇ ਕਲੀਅਰ, ਹਰ ਚੈਪਟਰ, ਹਰ ਸਲਾਈਡ ਆਪਣੇ ਆਪ 'ਚ ਇੱਕ ਦੋ ਕੁਐਸਚਨ ਨੂੰ ਕਵਰ ਕਰ ਰਹੀ ਹੈ। ਬੱਚਾ ਥੋੜਾ ਜਿਹਾ ਹੋਰ ਐਕਸਪਲੇਨ ਕਰ ਲਏ ਜੇ ਉਹਨੂੰ ਵੱਡੇ ਕੁਐਸਚਨਾਂ 'ਚ ਵੀ ਕਨਵਰਟ ਕਰ। ਬਹੁਤ ਕਲੀਅਰ ਹੋ ਰਿਹਾ, ਮੈਂ ਵੇਖ ਰਿਹਾ ਸਲਾਈਡਸ ਵਿੱਚ, ਅਗਰ ਆਪਾਂ ਨੂੰ ਪੜ੍ਹ ਰਹੇ ਆ ਨਾ ਤੇ ਕਾਫੀ ਹੱਦ ਤੱਕ ਆਪਾਂ ਇਹਨੂੰ ਜਾਣੂ ਹੋ ਰਹੇ ਹੈਗੇ ਆ। ਪਰ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਛੁੱਟੀਆਂ ਵਿੱਚ ਵੀ ਟਾਈਮ ਕੱਢਦੇ ਹੈਗੇ ਜੇ। ਪਹਿਲਾਂ ਤੁਸੀਂ ਟੀਚਰ ਟ੍ਰੇਨਿੰਗ ਕਰਾਈ, ਹੁਣ ਤੁਸੀਂ ਬੱਚਿਆਂ ਵਾਸਤੇ ਲੱਗੇ ਹੋਏ ਜੇ ਕਿ ਸਾਡਾ ਜਿਹੜਾ ਰਿਜ਼ਲਟ ਹੈ 100% ਜ਼ਰੂਰ ਆਵੇ। ਜੀ ਦੇਖੋ ਸਰ, ਸਾਡੀ ਤੇ ਇਹੀ ਟਾਰਗੇਟ ਹੈ, ਤੁਸੀਂ ਵੀ ਇਸ ਚੀਜ਼ 'ਚ ਲੱਗੇ ਹੋ ਨਾਲ, ਕਿ ਅਸੀਂ ਕੁਝ ਨਾ ਕੁਝ ਬੈਸਟ ਆਪਣੀ ਸੁਸਾਇਟੀ ਨੂੰ ਦੇ ਸਕੀਏ।
ਰੱਖੀਏ। ਜੇ ਸੋਸਾਇਟੀ ਸਾਨੂੰ ਕੁਝ ਪ੍ਰੋਵਾਈਡ ਕਰ ਰਹੀ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਪੂਰਨ ਨਹੀਂ ਤਾਂ 60-70% 80% ਆਪਣੀ ਸੋਸਾਇਟੀ ਨੂੰ ਵਾਪਸ ਤਾਂ ਕਰੀਏ ਜੀ। औसत उत्पाद ਇਹਦੀ ਕੋਈ ਧਾਰਨਾ ਹੈ, ਪ੍ਰਤੀ ਇਕਾਈ ਉਤਪਾਦ, ਟੋਟਲ ਪ੍ਰੋਡਕਟ ਓਵਰ ਐਲ। ਠੀਕ ਹੈ ਜੀ, ਠੀਕ। ਇਹ ਆ ਗਿਆ। ਪ੍ਰਤੀ ਇਕਾਈ ਉਤਪਾਦ ਨੂੰ ਔਸਤ ਉਤਪਾਦ ਕਿਹਾ ਜਾਂਦਾ ਹੈ। AP = ਐਵਰੇਜ ਪ੍ਰੋਡਕਟ। ਇਹ ਫਾਰਮੂਲਾ ਆਪਾਂ ਯਾਦ ਕਰ ਲਈਏ। ਬਣ ਗਿਆ। ਠੀਕ ਹੈ, ਸੌਖਾ ਫਾਰਮੂਲਾ। ਉਤਪਾਦ ਦੀ ਧਾਰਨਾ ਦਾ ਸਾਰਣੀ ਕਰੋ। ਅਗਲੇ ਪੇਜ ਸ਼ੀਟ ਤੇ ਆਓ ਜੀ। ਆ ਦੇਖੋ ਬਣਿਆ ਸਾਡੇ ਕੋਲ ਕਿਰਤ ਦੀਆਂ ਇਕਾਈਆਂ। ਹਾਂਜੀ, ਇੱਕ ਪਾਸੇ ਅਸੀਂ ਕਿਹਾ 1 2 3 4, 1 ਲੇਬਰ ਲਾਈ, 2 ਲੇਬਰ ਲਾਈ, 3 ਲੇਬਰ ਲਾਈ। ਠੀਕ ਹੈ ਜੀ, ਜੋ ਗਿਣਤੀ ਵੱਧ ਰਹੀ ਹੈ ਨਾ। ਟੋਟਲ ਪ੍ਰੋਡਕਸ਼ਨ ਪਹਿਲੇ ਸਾਡੇ ਕੋਲ ਸੀਗਾ 50, ਫਿਰ ਹੋ ਗਿਆ ਸਾਡੇ ਇੱਕ ਕੋਲ ਜਾਣਾ 50 ਕਰ ਰਿਹਾ ਸੀ, ਯਾਨੀ ਕਿ 50 ਉਹਦੀ AP ਨਿਕਲ ਕੇ ਆ ਰਿਹਾ ਠੀਕ ਹੈ। ਹੈਗਾ। AP 50 ਆ ਗਈ ਉਹਦੀ। ਅਗਲੀ ਵਾਰ 2 ਨਾ 100 ਨਹੀਂ ਹੋਏ ਹਨਾ। ਨਹੀਂ, 2 ਦੇ ਨਾਲ ਇਸੇ ਕਰਕੇ ਉਹਨੂੰ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਰਿਟਰਨ ਵੀ ਕਿਹਾ ਜਾਂਦਾ ਹੈ। ਠੀਕ ਹੈ। ਇਹ ਕਿ ਦੇਖੋ ਅਗਲੀ ਵਾਰ 2 ਲੇਬਰ ਲਾਣ ਦੇ ਨਾਲ ਉਹਦਾ ਟੋਟਲ ਪ੍ਰੋਡਕਟ 90 ਹੋਇਆ। ਹਾਂ ਡਿਵਾਈਡ ਕੀਤਾ, ਉਹਦੀ ਐਵਰੇਜ ਜਿਹੜੇ ਪ੍ਰੋਡਕਟ ਜਿਹੜਾ ਉਹ 45 ਆ ਗਈ। ਔਰ ਇੱਕ ਚੀਜ਼ ਨੋਟ ਕਰਨਾ, ਹੁਣ ਮਾਰਜਨਲ ਪ੍ਰੋਡਕਟ ਦੀ ਗੱਲ ਕਰ ਰਹੇ ਹਾਂ। ਅੱਛਾ, ਦੇਖੋ ਮਾਰਜਨਲ ਪ੍ਰੋਡਕਟ ਕੀ ਆਇਆ ਸਾਡੇ ਕੋਲ 90 - 50। ਪਹਿਲੇ ਟੋਟਲ ਪ੍ਰੋਡਕਟ 50 ਸੀਗਾ, ਹੁਣ ਟੋਟਲ ਪ੍ਰੋਡਕਟ 90 ਹੈ। ਯਾਨੀ ਇੱਕ ਐਕਸਟਰਾ ਯੂਨਿਟ ਲੇਬਰ ਦਾ ਲਗਾਉਣ ਦੇ ਨਾਲ ਉਹਦੇ ਪ੍ਰੋਡਕਟ 40 ਵਧੇ। ਇਟ ਮੀਨ MP ਜਿਹੜਾ ਆ ਗਿਆ ਸਾਡੇ ਕੋਲ, ਉਹ ਜਿਹੜਾ ਠੀਕ ਹੈ, ਸਾਡੇ ਕੋਲ 40 ਆ ਗਿਆ। ਇਹ ਸਾਡਾ ਕੀ ਹੋ ਗਿਆ ਮਾਰਜਨ। ਇਹ ਬੱਚੇ ਬੜੇ ਕਿਤੇ ਗਲਤੀ ਕਰ ਪਰ ਇਹ ਰਹੇ ਕਿਤੇ ਨਾ ਕਿਤੇ ਵੀ ਕਲੀਅਰ ਹੋ ਰਿਹਾ ਹੈ ਕਿ ਜੋ ਆਪਾਂ L ਵਧਾ ਰਹੇ ਆ, ਉਹਦਾ ਜ਼ਰੂਰੀ ਨਹੀਂ ਹੈਗਾ ਕਿ AP ਜਿਹੜਾ ਹੈਗਾ ਬਰਾਬਰ ਹੀ ਆ ਰਿਹਾ ਹੋਵੇ। ਬਿਲਕੁਲ। ਉਹ ਘਟਦਾ ਹੈਗਾ ਆ। ਸਰ ਉਹਦਾ ਕਈ ਕਾਰਨ ਨੇ। ਜੀ। ਦੇਖੋ ਜਦੋਂ ਅਸੀਂ ਫੈਕਟਰ ਜਿਹੜੇ ਵਧਾਉਂਦੇ ਆ, ਉਹਦੇ ਨਾਲ ਕਈ ਸਾਨੂੰ ਜਿਹੜੀਆਂ ਇਕਨੋਮੀਜ਼, ਜਿਹੜੀਆਂ ਇੰਟਰਨਲ ਇਕਨੋਮੀਜ਼ ਔਰ ਇੰਟਰਨਲ ਡਿਸ ਇਕਨੋਮੀਜ਼ ਜਿਹੜੀਆਂ ਹੁੰਦੀਆਂ ਨੇ, ਇਸ ਤਰੀਕੇ ਨਾਲ ਐਕਸਟਰਨਲ ਇਕਨੋਮੀਜ਼ ਐਂਡ ਡਿਸ ਇਕਨੋਮੀਜ਼ ਜਿਹੜੀਆਂ ਹੁੰਦੀਆਂ ਨੇ। ਤੇ ਇਹ ਦੋਨਾਂ ਦੇ ਕਰਕੇ ਇਹ ਲਾ ਜਿਹੜਾ ਆਪਣੇ ਆਪ 'ਚ ਜਿਹੜਾ ਐਕਟੀਵੇਟ ਹੁੰਦਾ ਹੈ, ਜਿਸ ਕਰਕੇ ਸਾਡੇ ਸਾਹਮਣੇ ਇਹ ਡਿਟੇਲ ਜਿਹੜੀ ਆ ਰਹੀ ਹੈ ਕਿ ਜਿਉਂ ਅਸੀਂ ਐਕਸਟਰਾ ਲੇਬਰ ਦੀ ਇੱਕ ਯੂਨਿਟ ਲਗਾ ਰਹੇ ਆ, ਸਾਡਾ ਟੋਟਲ ਪ੍ਰੋਡਕਟ ਵੱਧ ਤਾਂ ਰਿਹਾ ਹੈ, ਲੇਕਿਨ ਉਹ ਘਟਦੀ ਦਰ ਦੇ ਨਾਲ ਵੱਧ ਰਿਹਾ। ਪਰ ਐਜ਼ ਅ ਬਿਜ਼ਨਸਮੈਨ ਇਸ ਚੀਜ਼ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਕਿਉਂਕਿ ਕਿਤੇ ਨਾ ਕਿਤੇ ਅਸੀਂ ਸੋਚਦੇ ਹਾਂ ਨਾ ਕਿ ਲੇਬਰ ਵਧਾ ਦੇਵਾਂਗੇ ਤੇ ਸਾਡਾ ਮੁਸ਼ਕਲਾਂ ਹੱਲ ਹੋ ਜਾਣਗੀਆਂ, ਪਰ ਉਹਦੇ ਨਾਲ ਕੁਝ ਹੋਰ ਮੁਸ਼ਕਲਾਂ ਵੀ ਆਉਣਗੀਆਂ। ਉਹਦੇ ਫਾਰਮੂਲੇ ਦਾ ਸਾਨੂੰ ਇਹ ਪਤਾ ਹੋਵੇ ਤੇ ਐਜ਼ ਅ ਮੈਨੇਜਰ ਆਪਾਂ ਬਹੁਤ ਵਧੀਆ ਐਕਟ ਕਰ ਸਕਦੇ। ਕਿਉਂਕਿ ਕਮਰਸ ਵਿੱਚ ਨਾ ਅਸੀਂ ਇਸ ਚੀਜ਼ ਦਾ ਬੜਾ ਧਿਆਨ ਰੱਖਦੇ ਹਾਂ ਕਿ ਤੁਸੀਂ ਇੱਕ ਚੰਗੇ ਕਾਬਿਲ ਮੈਨੇਜਰ ਅਗਰ ਬਣਨਾ ਹੈ ਨਾ, ਤੇ ਤੁਹਾਨੂੰ ਬਹੁਤ ਬੇਸਿਕ ਫਾਰਮੂਲੇ ਦੀ ਸਮਝ ਹੋਣੀ ਚਾਹੀਦੀ ਹੈਗੀ ਆ। ਅਗਰ ਇਹ ਚੀਜ਼ਾਂ ਹੁਣ ਤੁਹਾਨੂੰ ਸਮਝ ਹੋਣ ਤੇ ਤੁਸੀਂ ਕਿਤੇ ਨਾ ਕਿਤੇ ਆਪਣੇ ਬਿਜ਼ਨਸ ਨੂੰ ਬਹੁਤ ਅੱਗੇ ਖੜ ਸਕਦੇ ਜੇ। ਹਾਂ ਬਿਲਕੁਲ। ਦੇਖੋ ਇਹ ਮੂਲਭੂਤ ਜਾਣਕਾਰੀ ਦੇਣ ਤੋਂ ਬਾਅਦ ਜੇ ਅਧਿਆਪਕ ਜਿਹੜਾ ਹੈ ਕਿ ਇੱਕ ਸਾਧਨ ਦੇ ਪ੍ਰਤੀਫਲ ਦਾ ਨਿਯਮ, ਉਸਨੂੰ ਘਟਦੇ ਸਮਾਨ ਉਤਪਾਦ ਦਾ ਨਿਯਮ ਵੀ ਕਿਹਾ ਜਾਂਦਾ ਹੈ, ਬਾਰੇ ਪੜਾਉਣਾ ਸ਼ੁਰੂ ਕਰੇ, ਜਿਹੜੀ ਚੀਜ਼ਾਂ ਅਸੀਂ ਪਿੱਛੇ ਡਿਸਕਸ ਕੀਤੀਆਂ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬੱਚਾ ਇਸ ਟੌਪਿਕ ਨੂੰ ਇੰਨੇ ਮੁਸ਼ਕਿਲ ਸਮਝੇਗਾ। ਉਹਨੂੰ ਬਹੁਤ ਈਜ਼ੀਲੀ ਗ੍ਰੈਸਪ ਕਰ ਲਏਗਾ, ਉਹਨੂੰ ਸਮਝ ਲਏਗਾ ਕਿ ਉਹਨੂੰ ਪਤਾ ਲੱਗ ਗਿਆ, ਸਾਰਣੀ ਤੋਂ ਬੜਾ ਕਲੀਅਰ ਹੋ ਗਿਆ। ਇੱਕ ਜਿਹੜਾ ਮੈਂ ਉਹਦਾ ਵਧਾ ਰਿਹਾ ਯੂਨਿਟ ਵਧਾ ਰਹੇ ਆ, ਟੋਟਲ ਪ੍ਰੋਡਕਟ ਵੱਧ ਰਿਹਾ ਹੈ, ਲੇਕਿਨ ਟੋਟਲ ਪ੍ਰੋਡਕਟ ਵੈਸੇ ਤਾਂ ਹੋਣਾ ਚਾਹੀਦਾ 1 ਦਾ 50, 2 ਦਾ 100 ਹੋਣਾ ਚਾਹੀਦਾ, 100 ਹੋਣਾ ਚਾਹੀਦਾ, ਲੇਕਿਨ ਇੱਥੇ ਉਸ ਤਰੀਕੇ ਨਾਲ ਨਹੀਂ ਹੋ ਰਿਹਾ। ਉਹ ਘਟਦੇ ਸਮਾਨ ਉਤਪਾਦ ਦੇ ਨਿਯਮ ਨੂੰ ਕਰਨਾ ਵੱਧ ਰਿਹਾ ਹੈ, ਔਰ ਉਹਨੂੰ ਇਸ ਕਰਕੇ ਨਾਮ ਅਸੀਂ ਦੇ ਦਿੱਤਾ ਘਟਦੇ ਸਮਾਨ ਉਤਪਾਦ ਦਾ ਨਿਯਮ। ਜੀ ਹੁਣ ਕਲੀਅਰ ਹੋ ਰਹੀਆਂ ਗੱਲਾਂ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਸੀ ਕਿ ਉਹ ਕਿਤੇ ਨਾ ਕਿਤੇ ਗੱਲ ਹੋ ਰਹੀ ਹੈਗੀ ਆ। ਪਰਿਵਰਤਨ ਅਨੁਪਾਤ ਦੇ ਨਿਯਮ ਦਾ ਅਰਥ, ਹੁਣ ਇਹ ਵੀ ਤੁਸੀਂ 2 ਗੱਲਾਂ ਜਿਹੜੀਆਂ ਹੈਗੀਆਂ ਸਮਝਾ ਦਿਓ ਸਾਨੂੰ। ਹਾਂਜੀ ਦੇਖੋ, ਜਦੋਂ ਉਤਪਾਦਨ ਦੇ ਇੱਕ ਸਾਧਨ ਦੀ ਮਾਤਰਾ ਨੂੰ ਵਧਾਇਆ ਜਾਂਦਾ ਹੈ ਪਰੰਤੂ ਹੋਰ ਸਾਧਨਾਂ ਦੀ ਮਾਤਰਾ ਸਥਿਰ ਰਹਿੰਦੀ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਸਾਡੇ ਕੋਲ ਇੱਕ ਦੁਕਾਨ ਸੀ, ਉਹਨੇ ਦੁਕਾਨ ਤਾਂ ਕੋਈ ਨਵਾਂ ਨਹੀਂ ਲਿੱਤੀ, ਦੁਕਾਨ ਉਹੀ ਹੈ ਉਹਦੇ ਕੋਲ, ਠੀਕ ਹੈ, ਮਸ਼ੀਨ ਉਹਦੇ ਕੋਲ ਹੈਗੀ ਹੈ, ਉਹ ਇੱਕ ਬੰਦਾ ਪਹਿਲੇ ਲਗਾ ਕੇ ਕੰਮ ਕਰ ਰਿਹਾ ਮਸ਼ੀਨਾਂ, ਤੇ ਫਿਰ ਉਹਨੇ 2 ਮਸ਼ੀਨਾਂ ਲਗਾ ਰਹੀਆਂ, ਯਾਨੀ ਇੱਕ ਸਾਧਨ ਤਾਂ ਸਥਿਰ ਹੈ, ਉਹਦੇ 'ਚ ਕੋਈ ਚੇਂਜ ਨਹੀਂ ਹੋ ਸਕਦੀ। ਹਾਂ ਉਹ ਨਹੀਂ ਆਪਾਂ ਚੇਂਜ ਕੀਤਾ ਨਾ, और कोई चेंज नहीं किया, लेबर 1 तो 2 कर ली, 2 तो 3 कर ली, लेकिन ਅਸੀਂ ਜਿਹੜਾ ਸਥਿਰ ਸਾਧਨ ਸੀ ਉਹ ਤਾਂ ਫਿਕਸ ਹੈ, ਠੀਕ ਹੈ, ਤਾਂ ਸਾਧਨਾਂ ਦਾ ਅਨੁਪਾਤ ਵਿੱਚ ਅੰਤਰ ਆ ਜਾਂਦਾ ਹੈ। ਉਸ ਤੋਂ ਬਾਅਦ ਇਸੇ ਤਰ੍ਹਾਂ ਦੋਵੇਂ ਤਰ੍ਹਾਂ ਦੇ ਸਾਧਨਾਂ ਦੇ ਅਨੁਪਾਤ ਵਿੱਚ ਪਰਿਵਰਤਨ ਆਉਣ ਨਾਲ ਕੁੱਲ ਉਤਪਾਦ ਦੀ ਮਾਤਰਾ ਵਿੱਚ ਭਿੰਨ ਦਰਾਂ 'ਚ ਪਰਿਵਰਤਨ ਆਉਂਦਾ। ਜਦੋਂ ਦੋਨੋਂ ਤਰ੍ਹਾਂ ਦੇ ਸਾਧਨਾਂ 'ਚ ਫਿਕਸਡ ਔਰ ਵੇਰੀਏਬਲ 'ਚ ਵੀ ਕਨਵਰਟ ਕਰੀਏ, ਦੋਨਾਂ 'ਚ ਦੋਨੋਂ ਚੇਂਜ ਕਰ ਰਹੀਏ, ਤੇ ਉਹਦੇ ਨਾਲ ਵੀ ਅਲੱਗ-ਅਲੱਗ ਦਰਾਂ 'ਚ ਪਰਿਵਰਤਨ ਆਉਂਦਾ। ਠੀਕ ਹੈ ਜੀ, ਇਹ ਗੱਲ ਬਹੁਤ ਕਲੀਅਰ ਹੋ ਗਈ ਜੀ। ਹੁਣ ਅਗਲਾ ਸਾਡੇ ਕੋਲ ਦੇਖੋ ਪੁਆਇੰਟ ਹੈ ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ ਦਾ ਅਰਥ। ਸੀਮਾਂਤ ਉਤਪਾਦ
ਅਤੇ ਕੁੱਲ ਉਤਪਾਦ ਦੇ ਸੰਬੰਧ ਦੇ ਵਿੱਚ। ਇਹ ਪਹਿਲੇ ਅਸੀਂ ਕਲੀਅਰ ਕੀਤਾ, ਲੇਕਿਨ ਫਿਰ ਵੀ ਇਹਨੂੰ ਡਿਫਾਈਨ ਕੀਤਾ ਕਿ ਬੱਚਾ ਇਹਨੂੰ ਵੇਖ ਕੇ ਆਪਣਾ ਕੁਐਸਚਨ ਵੀ ਜਿਹੜਾ ਉਹ ਤਿਆਰ ਹਾਂ, ਕਿਉਂਕਿ ਸਾਡਾ ਕਿਤੇ ਨਾ ਕਿਤੇ ਮੂਲ ਮਕਸਦ ਇਹ ਹੈਗਾ ਆ ਕਿ ਜਿਹੜੇ ਵਿਦਿਆਰਥੀ ਹੈਗੇ ਨੇ ਹੁਣ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਵੀ ਇਹਦੀ ਤਿਆਰੀ ਕਰਨ, ਤੇ ਐਜ਼ ਅ ਟੀਚਰ ਵੀ ਸਾਨੂੰ ਪਤਾ ਹੋਵੇ ਕਿ ਕਿਹੜੀ ਇੰਪੋਰਟੈਂਟ ਚੀਜ਼ ਹੈ ਕੀ ਆ, ਕਿਉਂਕਿ ਹਰ ਚੀਜ਼ ਨਾ ਕੁਝ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ, ਅਗਰ ਅਸੀਂ ਉਹ ਦੱਸਣ 'ਚ ਕਾਮਯਾਬ ਹੋ ਗਏ ਤੇ ਕਿਤੇ ਨਾ ਕਿਤੇ ਬੜਾ ਆਸਾਨ ਹੋ ਜਾਂਦਾ ਹੈ, ਪੇਪਰ ਨੂੰ ਆਪਾਂ ਕਲੀਅਰ ਕਰ ਸਕਦੇ ਹੈਗੇ ਆ। ਐਜ਼ ਅ ਟੀਚਰ ਸਾਨੂੰ ਪਤਾ ਹੋਵੇ ਕਿ ਅਸੀਂ ਇੰਪੋਰਟੈਂਟ ਕੀ ਦੱਸਣਾ ਹੈਗਾ ਬੱਚਿਆਂ ਨੂੰ, ਕਿਉਂਕਿ ਹੁਣ ਜਿਹੜੇ ਦਿਨ ਬਚੇ ਹੋਏ ਨੇ ਉਹ ਐਗਜ਼ਾਮ ਦੀ ਤਿਆਰੀ ਦੇ ਹੀ ਹੈਗੇ ਨੇ। ਐਗਜ਼ਾਮੀਨੇਸ਼ਨ ਪੁਆਇੰਟ ਆਫ View ਦੇ ਨਾਲ ਸਰ ਇਹ ਸਲਾਈਡ ਬੜੀਆਂ ਹੈਲਪਫੁਲ ਹੋਣਗੀਆਂ। ਬੱਚੇ ਇੱਥੇ ਦੇਖੋ ਇਹ ਸਲਾਈਡ ਪੜ੍ਹ ਲੈਣ ਤੇ ਇਹਦੇ 2-3 ਕੁਐਸਚਨ ਤਿਆਰ ਹੋ ਜਾਂਦੇ ਨੇ। ਠੀਕ ਹੈ, ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਇਹ ਦੱਸਦਾ ਹੈ। ਹੁਣ ਕੁਐਸਚਨ ਆ ਗਿਆ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਕੀ ਦੱਸਦਾ ਹੈ, ਤੇ ਉਹਦਾ ਆਨਸਰ ਬੜਾ ਕਲੀਅਰ ਕੱਟ ਸਾਹਮਣੇ ਲਿਖਿਆ ਹੈ ਕਿ ਜਦੋਂ ਉਤਪਾਦਨ ਦੇ ਸਥਿਰ ਸਾਧਨ ਨਾਲ ਪਰਿਵਰਤਨਸ਼ੀਲ ਸਾਧਨ ਦੀ ਇਕਾਈਆਂ ਨੂੰ ਜੋੜਿਆ ਜਾਂਦਾ ਹੈ ਤਾਂ ਸ਼ੁਰੂ ਵਿੱਚ ਪਰਿਵਰਤਨਸ਼ੀਲ ਸਾਧਨਾਂ ਦਾ ਸੀਮਾਂਤ ਉਤਪਾਦਨ ਵੱਧਦਾ ਹੈ, ਫਿਰ ਇੱਕ ਸਮਾਨ ਹੋ ਕੇ ਘਟਣ ਲੱਗਦਾ ਹੈ ਔਰ ਇਸ ਤੇ ਸਾਧਨ ਦੇ ਲਗਾਤਾਰ ਵਧਦੇ ਪ੍ਰਯੋਗ ਕਾਰਨ ਅਜਿਹੀ ਸਥਿਤੀ ਆਉਂਦੀ ਹੈ ਕਿ ਇੱਕ ਰਿਣਾਤਮਕ ਵੀ ਹੋ ਜਾਂਦਾ ਹੈ। ਜਦੋਂ ਲਗਾਤਾਰ ਅਸੀਂ ਚੀਜ਼ ਨੂੰ ਵਧਾਉਂਦੇ ਜਾਂਦੇ ਆ ਤਾਂ ਉਹਦਾ ਬਾਅਦ ਚੋਂ ਪਹਿਲੇ ਤੇ ਇੱਕ ਲੈਵਲ ਤੱਕ ਵਧਦਾ ਹੈ, ਫਿਰ ਉਸ ਤੋਂ ਬਾਅਦ ਉਹ ਨੈਗੇਟਿਵ ਹੋਣ ਦੀ ਕੰਡੀਸ਼ਨ ਦੇ ਵਿੱਚ ਆ ਜਾਂਦਾ। ਜਦੋਂ ਵੇਖਿਆ ਸੀ ਮੈਨੂੰ ਤੱਕ ਯਾਦ ਆ ਰਿਹਾ ਕਿ ਜਦੋਂ ਲਾਸਟ ਚਲਾ ਜਾ ਰਿਹਾ ਹੈਗਾ ਆ ਉਹ -3 ਵੀ ਆ ਗਿਆ ਹੈਗਾ, ਪਹਿਲਾਂ ਉਹ 0 ਹੋਇਆ ਤੇ ਬਾਅਦ ਚੋਂ -3 ਚਲਾ ਗਿਆ ਹੈਗਾ, 0 ਹੋ ਜਾਂਦਾ। ਹਾਂਜੀ, ਉਹ ਘਟ ਰਿਹਾ ਹੈਗਾ 50 ਤੋਂ ਵੇਖੋ 0 ਤੇ 0 ਤੋਂ ਬਾਅਦ ਉਹ -3। ਪਰ ਐਜ਼ ਅ ਮੈਨੇਜਰ ਇਹ ਚੀਜ਼ਾਂ ਅਗਰ ਸਾਨੂੰ ਪਤਾ ਹੋਣ ਤੇ ਕਿਤੇ ਨਾ ਕਿਤੇ ਅਸੀਂ ਬਿਜ਼ਨਸ ਨੂੰ ਕਾਮਯਾਬ ਕਰ ਸਕਦੇ ਹਾਂ। ਦੇਖੋ ਇੱਥੇ ਬੜਾ ਤੁਸੀਂ ਜਿਵੇਂ ਆਪਣੇ ਪ੍ਰੈਕਟੀਕਲ ਵੇ ਨਾਲ ਗੱਲ ਦੇਖੋ, ਇੱਕ ਫੈਕਟਰੀ ਹੈ ਫॉर एग्जांपल, ਫੈਕਟਰੀ ਜੋ ਨੇ 10 ਮਜ਼ਦੂਰ ਲਾ ਕੇ ਕੰਮ ਸ਼ੁਰੂ ਕਰ ਦਿੱਤਾ, ਠੀਕ ਹੈ ਜੀ, ਉਹਨੇ ਪ੍ਰੋਡਕਸ਼ਨ ਵਧਾਣੀ ਸੀ, ਉਹਦਾ ਹਫਤੇ 15 ਮਜ਼ਦੂਰ ਕਰਤੇ, ਪ੍ਰੋਡਕਸ਼ਨ ਥੋੜੀ ਵਧੇਗੀ, ਇਸਤਲਾਹ ਦੇ ਮੁਤਾਬਕ ਵਧੇਗੀ ਲੇਕਿਨ ਇੰਨੀ ਸਪੀਡ ਨਾਲ ਨਹੀਂ ਵਧੇਗੀ। ਉਹ ਕਹਿੰਦਾ ਮੈਂ ਹੋਰ ਵਧਾਉਣੀ ਹੈ ਜੀ, ਹੋਰ ਵਧਾ ਲੇਗਾ। ਉਹ 20 ਮਜ਼ਦੂਰ ਜਿੱਥੇ ਲੱਗ ਗਏ ਉਹ ਕੰਮ ਘੱਟ ਕਰਨਗੇ ਤੇ ਗੱਲਾਂ ਜ਼ਿਆਦਾ ਕਰਨਗੇ। ਪਰ ਇਹ ਵੇਖੋ ਕਿੰਨਾ ਸਾਹਮਣੇ ਆਉਂਦਾ, ਵਰਨਾ ਮੈਥਮੈਟਿਕਲੀ ਵੇਖੋ ਇਕਨੋਮਿਕਸ ਤੇ ਮੈਥਮੈਟਿਕਸ ਕਿੰਨਾ ਇੱਕ ਫਰਕ ਆਉਂਦਾ ਜੇ, ਕਿ ਜੇ ਮੈਥਮੈਟਿਕਲ ਆਪਾਂ ਸਮਝਦੇ ਆ ਤੇ ਫਿਰ ਸਮਝ ਆਉਂਦਾ ਹੈ ਕਿ ਭਈ ਨਹੀਂ, ਅਗਰ ਆਪਾਂ 1 ਤੋਂ 2 ਮਜ਼ਦੂਰ ਕੀਤੇ ਤੇ ਜਾਨੀ ਡਬਲ ਹੋ ਗਿਆ ਕੰਮ, ਡਬਲ ਹੋ ਗਿਆ। ਠੀਕ ਹੈ ਨਾ ਜੀ, ਬੜਾ ਸਿੰਪਲ ਫਾਰਮੂਲਾ ਮੈਥਮੈਟਿਕਸ ਦਾ ਬਚਪਨ ਤੋਂ ਅਸੀਂ ਪੜ੍ਹਦੇ ਆਏ ਆ। ਪਰ ਇਕਨੋਮਿਕਸ ਕਿਤੇ ਨਾ ਕਿਤੇ ਇਸ ਫਾਰਮੂਲੇ ਤੇ ਆ ਕੇ ਇੱਕ ਹੱਥ ਰੋਕਦੀ ਹੈਗੀ ਆ ਕਿ ਨਹੀਂ, ਇਹਦੇ ਚ ਹੋਰ ਵੀ ਇੱਕ ਫਾਰਮੂਲਾ ਹੈਗਾ ਜਿਹੜਾ ਸਾਨੂੰ ਸਮਝਣਾ ਪੈਣਾ ਹੈ। ਤੇ ਬਿਜ਼ਨਸ ਤਾਂ ਕਰਕੇ ਮੈਂ ਕਈ ਵਾਰ ਸੋਚਦਾ ਹੁੰਦਾ ਆ ਕਿ ਸਿੰਪਲ ਮੈਥਮੈਟਿਕਸ ਤੋਂ ਕਿਤੇ ਜ਼ਿਆਦਾ ਕੰਪਲੈਕਸ ਹੈਗਾ। ਬਿਲਕੁਲ ਠੀਕ ਹੈ ਜੀ। ਇਕਨੋਮਿਕਸ ਨੋ ਡਾਊਟ ਜਿਹੜਾ ਹੈ ਉਹ ਅਸੀਂ ਰੋਜ਼ ਵਰਤਦੇ ਵੀ ਹਾਂ, ਕੰਪਲੈਕਸ ਵੀ ਹੈ, ਪਰ ਅਸੀਂ ਲੋਕ ਵਰਤਦੇ ਸਾਨੂੰ ਪਤਾ ਨਹੀਂ ਕਿ ਅਸੀਂ ਇਕਨੋਮਿਕਸ ਵਰਤ ਰਹੇ, ਲੇਕਿਨ ਅਸੀਂ ਇਕਨੋਮਿਕਸ ਵਰਤ ਰਹੇ ਹੁੰਨੇ ਆ। ਪਰ ਟੌਪਿਕ ਨੂੰ ਆਪਾਂ ਕਿਸ ਤਰ੍ਹਾਂ ਹੋਰ ਡਿਸਕਸ ਕਰੀਏ ਕਿ ਉਹ ਜ਼ਿਆਦਾ ਰੁਝਾਨ ਹੋਵੇ। ਇੱਥੇ ਐਗਜ਼ਾਮਪਲ ਛੋਟੀ ਜਿਹੀ ਦਿੱਤੀ ਹੋਈ ਹੈ ਕਿ ਜਿਹੜੇ ਪੱਠੇ ਕੁਤਰਨ ਵਾਲੀ ਮਸ਼ੀਨ ਹੈ, ਮੈਨੂਅਲ ਮਸ਼ੀਨ ਹੈ, ਉਹਨੂੰ ਤੁਸੀਂ ਇੱਥੇ ਪੱਠੇ ਕੁਤਰਦੇ ਹੋ, ਜਿਉਂ-ਜਿਉਂ ਤੁਸੀਂ ਕਿਰਤੀਆਂ ਦੀ ਮਾਤਰਾ, ਪਰਿਵਰਤਨਸ਼ੀਲ ਸਾਧਨ ਹੋ ਗਈ ਕਿਰਤੀ, ਮਸ਼ੀਨ ਤਾਂ ਇੱਕ ਆ ਗਈ, ਫਿਕਸਡ ਐਸੈਟ ਹੋ ਗਈ, ਮੇਰੇ ਕੋਲ ਪੱਠੇ ਕੁਤਰਨ ਦੀ ਮਸ਼ੀਨ ਹੈ, ਠੀਕ ਹੈ, ਤੇ ਕਿਰਤੀਆਂ ਦੀ ਮਾਤਰਾ ਤੁਸੀਂ ਵਧਾ ਰਹੇ ਹੋ ਤਾਂ ਸਾਧਨਾਂ ਦੇ ਅਨੁਪਾਤ ਚ ਪਰਿਵਰਤਨ ਆਉਣ ਦੇ ਨਾਲ ਪਰਿਵਰਤਨਸ਼ੀਲ ਸਾਧਨਾਂ ਤੇ ਸਿਮਿਆਂਤ ਉਤਪਾਦਨ ਜਿਹੜਾ ਹੈ ਉਹ ਪ੍ਰਭਾਵ ਤਾਂ ਪਏਗਾ, ਵਧੇਗਾ, ਲੇਕਿਨ ਉਹ ਘਟਦੀ ਦਰ ਦੇ ਨਾਲ ਵਧੇਗਾ। ਫਿਰ ਵਧਦੀ ਦਰ ਨਾਲ ਵੱਧਦਾ ਹੈ ਤੇ ਬਾਅਦ ਚੋਂ ਘਟਦਾ ਸ਼ੁਰੂ ਹੋ ਜਾਂਦਾ, ਉਹ ਬਾਅਦ ਚੋਂ ਨੈਗੇਟਿਵ ਵੀ ਹੋ ਜਾਂਦਾ, ਜਿਹਦੀ ਗੱਲ ਅਸੀਂ ਪਹਿਲੇ। ਪਰ ਤੁਸੀਂ ਐਗਜ਼ਾਮਪਲ ਬਹੁਤ ਵਧੀਆ ਲਿਆ, ਕਿਉਂਕਿ ਇਹ ਬੱਚੇ ਜਿਹੜੇ ਹੈਗੇ ਨੇ ਸਾਡੇ, ਇਹਨਾਂ ਨੂੰ ਸਮਝਦੇ ਹੈਗੇ, ਮੈਨੂੰ ਲੱਗਦਾ ਉਹ ਪੱਠੇ ਕੁੱਤਣ ਦਾ ਜਿਹੜਾ ਤੁਸੀਂ ਕਹਿ ਰਹੇ ਇਹਨੂੰ ਟੋਕਾ ਕਹਿੰਦੇ ਆ ਪਾਰਟਿਕੂਲਰ। ਹਾਂਜੀ, ਟੋਕਾ ਕਹਿੰਦੇ ਬਿਲਕੁਲ ਜੀ। ਪਿੰਡਾਂ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਹੋਣੀ ਚਾਹੀਦੀ ਜਿਹੜੀ ਪਿੰਡਾਂ ਦੇ ਲੋਕਾਂ ਨਾਲ ਸੰਬੰਧਿਤ ਹੋਣ ਜੀ, ਦੈਨਿਕ ਜੀਵਨ ਦੇ ਨਾਲ, ਉਹ ਬੜੀ ਈਜ਼ੀਲੀ ਸਮਝ ਸਕਦੇ ਨੇ ਬੱਚੇ, ਉਹਨੂੰ ਉਹਦੇ ਤੋਂ ਰਿਜ਼ਲਟ ਕੱਢ ਸਕਦੇ ਨੇ। ਬੱਚਿਆਂ ਨੂੰ ਕਲਾਸ 'ਚ ਕਈ ਵਾਰ ਉਹਨਾਂ ਦੇ ਰਿਲੇਟਿਡ, ਮੰਨ ਲਓ ਜੀ ਤੁਹਾਡੇ ਪਿੰਡ 'ਚ ਹਾਂ ਕੋਈ ਕਿਸਾਨ ਹੈ, ਉਹਨਾਂ ਨੂੰ ਪੁੱਛਿਆ ਜਾ ਸਕਦਾ ਤੁਸੀਂ ਖੇਤਾਂ 'ਚ ਬੀਜਦੇ ਹੋ, ਅੱਛਾ ਇੱਕ ਫਸਲ ਬੀਜ ਲੈਂਦੇ ਹੋ ਤੇ 2 ਮਹੀਨੇ ਬਾਅਦ ਦੂਜੀ ਬੀਜਣੀ, ਨਹੀਂ ਟਾਈਮ ਲੱਗਦਾ ਜੀ, ਫਿਰ ਇੱਕ ਤੋਂ 2 ਇਕੱਠੀਆਂ ਵੀ ਬੀਜ ਲੈਂਦੇ, ਉਹ ਬੜੀ ਈਜ਼ੀਲੀ ਸਮਝ ਜਾਂਦੇ ਨੇ। ਨਹੀਂ ਜੋ ਚੀਜ਼ ਹੈ ਇਹ ਕਿਸ ਤਰੀਕੇ ਐਗਜ਼ਾਮਪਲ ਜਿਹੜੇ ਮੈਂ ਬਾਰ-ਬਾਰ ਸੋਚਦਾ ਹੁੰਦਾ ਕਿ ਐਜ਼ ਅ ਟੀਚਰ ਭਾਵੇਂ ਅਸੀਂ ਜੋ ਵੀ ਐਗਜ਼ਾਮਪਲ ਪੜ੍ਹੇ ਹੋਣਗੇ ਆਪਣੀ ਸਥਿਤੀ ਵਿੱਚ, ਮਗਰ ਜਦੋਂ ਹੁਣ ਅਸੀਂ ਬੱਚਿਆਂ ਕੋਲ ਚਲੇ ਗਏ ਆ ਤੇ ਉਹਨਾਂ ਦੀ ਸਥਿਤੀ ਦੇ ਹਿਸਾਬ ਨਾਲ ਸਾਨੂੰ ਕੁਐਸਚਨ ਦਾ ਜਿਹੜਾ ਆ ਮੰਤਵ ਬਣਾਉਣਾ ਚਾਹੀਦਾ ਹੈਗਾ ਆ ਕਿ ਜਿਹੜਾ ਐਗਜ਼ਾਮਪਲ ਆ ਰਹੇ ਹੋ ਡੇਲੀ ਲਾਈਫ ਤੋਂ ਉਹ ਬਿਲਕੁਲ ਉਹਨਾਂ ਦੀ ਜ਼ਿੰਦਗੀ ਨਾਲ ਰਿਲੇਟ ਕਰਦੇ ਹੋਣ। ਤੇ ਜਿਹੜਾ ਤੁਸੀਂ ਟੋਕੇ ਵਾਲਾ ਐਗਜ਼ਾਮਪਲ ਲਿਆ ਆ ਬਹੁਤ ਜ਼ਿਆਦਾ ਮੈਂ ਸਮਝਦਾ ਕੋਰਿਲੇਟ ਕਰਨਗੇ। ਇੱਕ ਵਾਰ ਨਾ ਮੈਂ ਬ੍ਰੇਕ ਇਵਨ ਪੁਆਇੰਟ ਸਮਝਾ ਰਿਹਾ ਸੀ ਬੱਚਿਆਂ ਨੂੰ, ਤੇ ਮੈਂ ਉਹਨਾਂ ਨੂੰ ਐਗਜ਼ਾਮਪਲ ਪੁੱਛਿਆ ਕਿ ਭਈ ਆ ਜਿਹੜੀ ਜ਼ਮੀਨ ਹੁੰਦੀ ਹੈਗੀ ਆ ਜਿਹਨੂੰ ਆਪਾਂ 1 ਕਿੱਲਾ ਕਹਿੰਦੇ ਹੈਗੇ ਆ ਖੇਤੀ ਵਾਸਤੇ, ਉਹ ਕਿੰਨੇ ਦੀ ਆਉਂਦੀ ਆ। ਚਲੋ ਉਹਨਾਂ ਨੇ ਕੋਈ ਅਮਾਉਂਟ ਦੱਸੀ ਸੀ, ਉਹਨਾਂ ਨੇ 20 ਲੱਖ ਦੱਸਿਆ ਹੋਊਗਾ, ਤੇ ਮੈਂ ਆਖਿਆ ਕਿ ਅਗਰ ਮੰਨ ਲਓ ਮੈਂ ਇਹਨੂੰ ਕਿਰਾਏ ਤੇ ਦੇ ਦੇਵਾਂ, ਜਿਹਨੂੰ ਆਪਾਂ ਠੇਕੇ ਤੇ ਦੇਣਾ ਕਹਿੰਦੇ ਹੈਗੇ ਆ, ਤੇ ਕਿੰਨਾ ਠੇਕਾ ਮਿਲ ਜਾਏਗਾ, ਕਿ 1 ਲੱਖ ਰੁਪਏ ਮਿਲ ਜਾਏਗਾ। ਉਹ ਆਂਦੇ ਨਹੀਂ ਜੀ, ਇੱਕ ਨਹੀਂ ਤੁਸੀਂ 50,000 ਮੰਨ ਕੇ ਚੱਲੋ। ਮੈਂ ਆਖਿਆ ਚਲੋ ਮੰਨ ਲਓ ਮੈਂ 1 ਲੱਖ ਹੀ ਮੰਨ ਲਵਾਂ ਕਿ ਮੈਨੂੰ ਕੋਈ 1 ਲੱਖ ਵਾਲਾ ਵੀ ਮਿਲ ਗਿਆ, ਤੇ ਮੈਨੂੰ ਜਿਹੜੀ ਕੁੱਲ ਮੈਂ ਖਰਚਾ ਕਰ ਦਿੱਤਾ ਹੈਗਾ ਆ, ਆਪਣੀ ਪੂੰਜੀ ਲਗਾ ਕੇ ਉਹ ਜ਼ਮੀਨ ਦਾ 1 ਕਿੱਲਾ ਲਿਆ ਹੈਗਾ ਆ, ਉਹਨੂੰ ਵਾਪਸ ਲੈਣ 'ਚ ਕਮ ਸੇ ਕਮ 20 ਸਾਲ ਤੇ ਲੱਗਣਗੇ ਨਾ, ਤੇ ਫਿਰ ਹੀ ਮੇਰਾ ਬ੍ਰੇਕ ਇਵਨ ਆਏਗਾ ਨਾ।
ਤੇ ਇਹ ਮਤਲਬ ਚੀਜ਼ ਨੂੰ ਉਹਨਾਂ ਨੂੰ ਬੜੀ ਵਧੀਆ ਸਮਝ ਆਇਆ ਕਿ ਜੇ ਆਪਾਂ ਅਗਰ 1 ਕਿੱਲਾ ਲੈ ਰਹੇ ਹਾਂ ਤੇ ਕਿਸਾਨ ਨੂੰ ਅਗਰ 1 ਲੱਖ ਦੀ ਵੀ ਆਮਦਨ ਹੋਵੇ ਤੇ 20 ਸਾਲ ਤੇ ਉਹਨੂੰ ਲੱਗ ਜਾਣਗੇ ਉਸ ਚੀਜ਼ ਨੂੰ ਪੂਰਾ ਕਰਨ ਵਿੱਚ, ਪੂਰਾ ਕਰਨ ਫਿਰ ਉਹਦਾ ਪ੍ਰੋਫਿਟ ਸਹੀ ਮਾਇਨੇ ਸ਼ੁਰੂ ਬ੍ਰੇਕ ਜਿਹੜਾ ਜਦੋਂ ਪ੍ਰੋਫਿਟ ਦੇ ਵਿੱਚ ਆਏਗਾ। ਹੁਣ ਇਹੋ ਹੀ ਐਗਜ਼ਾਮਪਲ ਅਗਰ ਮੈਂ ਕਿਸੇ ਇੰਡਸਟਰੀ ਨਾਲ ਲੈ ਕੇ ਲਵਾਂ ਤੇ ਉਹਨਾਂ ਨੂੰ ਸਮਝਣਾ ਬੜਾ ਔਖਾ ਸੀ, ਤੇ ਜਦੋਂ ਮੈਂ ਉਹਨੂੰ ਜ਼ਮੀਨ ਦਾ ਨਾਲ ਲਿਆ ਤੇ ਮੈਂ ਵੇਖਿਆ ਕਿ ਉਹ ਸਾਰੇ ਹੀ ਬੱਚੇ ਕਲੀਅਰ ਹੋ ਗਏ ਕਿ ਇਹ ਕਹਿਣਾ ਚਾਹੁੰਦੇ ਨੇ ਟੀਚਰ ਕਿ ਭਈ ਅਗਰ 1 ਲੱਖ ਰੁਪਏ ਦੀ ਵੀ ਕਮਾਈ ਆ ਰਹੀ ਆ 1 ਏਕੜ ਚੋਂ 1 ਕਿੱਲੇ ਚੋਂ ਤੇ 20 ਸਾਲ ਲੱਗਦੇ ਹੈਗੇ ਨੇ ਉਹਨੂੰ ਜਸਟ ਪੂਰਾ ਕਰਨ ਵਿੱਚ, ਉਹਨੂੰ ਬਰਾਬਰ ਤੱਕ ਪਹੁੰਚਣ ਵਿੱਚ। ਮੈਂ ਬਿਲਕੁਲ ਤੁਹਾਡੇ ਨਾਲ ਗੱਲ ਨਾਲ ਸਹਿਮਤ ਹਾਂ ਸਰ। ਮੈਂ ਇਸੇ ਕਰਕੇ ਇਹ ਚੀਜ਼ ਤੇ ਜ਼ੋਰ ਦੇਣਾ ਕਿ ਅਧਿਆਪਕ ਨੂੰ ਦੈਨਿਕ ਜੀਵਨ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਨੇ ਉਦਾਹਰਨਾਂ, ਉਹਨਾਂ ਨੂੰ ਆਪਣੇ ਸਬਜੈਕਟ ਨਾਲ ਕੋਰਿਲੇਟ ਕਰਨਾ ਚਾਹੀਦਾ। ਜਦੋਂ ਅਸੀਂ ਕੋਰਿਲੇਟ ਕਰਦੇ ਹਾਂ ਤੇ ਉਹ ਬਹੁਤ ਹੈ। ਇਹ ਚੀਜ਼ ਹੈ ਜਿਹੜੀ ਆਪਾਂ ਡਿਸਕਸ ਕਰ ਚੁੱਕੇ ਹਾਂ। ਅਸੀਂ ਇਹ ਮੈਨੂੰ ਲੱਗਦਾ ਸਾਹ ਕੱਟਣ ਵਾਲੀ ਮਸ਼ੀਨ ਜੇ ਵੀ ਠੀਕ ਹੈ ਨਹੀਂ, ਦੇਖੋ ਕਿਉਂਕਿ ਉਹੀ ਐਗਜ਼ਾਮਪਲ ਹੈ, ਟੋਕਾ ਕਹਿ ਲਈਏ ਜਾਂ ਸਾਹ ਕੱਟਣ ਲਈ ਇਹ ਛੋਟਾ ਤਰੀਕਾ ਹੀ ਹੈ, ਪਰ ਇਹ ਵੀ ਉਹਨਾਂ ਨੇ ਵੇਖਿਆ ਹੁੰਦਾ, ਇਹ ਵੀ ਉਹਨਾਂ ਨੇ ਵੇਖਿਆ ਜੀ ਹੈ ਟੋਕੇ ਦੀ ਐਗਜ਼ਾਮਪਲ ਹੀ ਹੈ ਕਿ ਟੋਕਾ ਜਾ, ਪਰ ਇਹ ਚੀਜ਼ਾਂ ਉਹਨਾਂ ਨੇ ਵੇਖੀਆਂ ਹੋਈਆਂ ਨੇ। ਹੋਰ ਕੀ ਕਰ ਸਕਦੇ ਹਾਂ? ਹੁਣ ਦੇਖੋ ਉਹੀ ਗੱਲ ਜਿਹੜੀ ਗੱਲ ਮੈਂ ਡਿਸਕਸ ਕਰ ਰਿਹਾ ਕਿ ਅਧਿਆਪਕ ਨੂੰ ਆਪਣੇ ਟੌਪਿਕ ਨੂੰ ਦਿਲਚਸਪ ਬਣਾਉਣ ਦੇ ਲਈ ਕੁਛ ਨਾ ਕੁਛ ਇਹੋ ਜਿਹੀ ਐਕਟੀਵਿਟੀ ਬੇਸ ਕਿਰਿਆ ਕਰਨੀ ਚਾਹੀਦੀ ਹੈ, ਇਹੋ ਜਿਹੀ ਐਗਜ਼ਾਮਪਲਸ ਦੇਣੀਆਂ ਚਾਹੀਦੀਆਂ ਨੇ ਜਿਹਦੇ ਦਾ ਕਿ ਇੱਕ ਸਟੂਡੈਂਟ ਦਾ ਇੰਟਰਸਟ ਕ੍ਰੀਏਟ ਕੀਤਾ ਜਾ ਸਕੇ। ਇੰਟਰਸਟ ਕ੍ਰੀਏਟ ਕਰਨਾ ਮਤਲਬ ਕਿ ਇੱਕ ਇੰਗਲਿਸ਼ ਚ ਉਦਾਹਰਨ ਹੈ ਜੀ, ਕਹਿੰਦੇ ਆ ਅਸੀਂ ਪ੍ਰੋਵਰਬ ਹੈ ਬੀਟਿੰਗ ਦ ਐਪੀਟਾਈਟ। ਹਾਂ, ਭੁੱਖ ਜਾਗਰਤ ਕਰਨੀ। ਹਾਂ, ਪਹਿਲਾਂ ਭੁੱਖ ਲੱਗ ਜੇ, ਜਿਹਨੂੰ ਭੁੱਖ ਲੱਗੇਗੀ ਫਿਰ ਉਂਝ ਬੱਚੇ ਦੇ ਪਿੱਛੇ ਲਈ ਜਾਓ, ਨਹੀਂ ਭੁੱਖ ਹੋਏਗੀ ਨਹੀਂ ਖਾਏਗਾ। ਜਦ ਤੱਕ ਉਹਦਾ ਇੰਟਰਸਟ ਕ੍ਰੀਏਟ ਨਹੀਂ ਹੋਏਗਾ ਆਪਣੇ ਸਬਜੈਕਟ ਪ੍ਰਤੀ, ਉਹਦੇ ਕਨਸੈਪਟ ਜਿਹੜੇ ਕਲੀਅਰ ਨਹੀਂ ਹੋਣਗੇ, ਉਹਨੂੰ ਬੇਸਿਕ ਕਨਸੈਪਟ ਬੇਸਿਕ ਪਰਿਭਾਸ਼ਾਵਾਂ ਕਲੀਅਰ ਨਹੀਂ ਹੋਣਗੀਆਂ, ਬੱਚਾ ਉਹ ਇੰਟਰਸਟ ਨਾਲ ਤੁਹਾਡੇ ਟੌਪਿਕ ਨੂੰ ਰੀਡ ਨਹੀਂ ਕਰੇਗਾ, ਸਮਝੇਗਾ ਨਹੀਂ। ਸੋ ਮੇਰਾ ਤੇ ਵਿਚਾਰ ਇਹੀ ਹੈ ਕਿ ਅਧਿਆਪਕ ਨੂੰ ਪਹਿਲੇ ਸਬਜੈਕਟ ਦੇ ਵਿੱਚ ਇੰਟਰਸਟ ਕ੍ਰੀਏਟ ਕਰਨ ਲਈ ਕੋਈ ਨਾ ਕੋਈ ਇਹੋ ਜਿਹੀ ਕਿਰਿਆ। ਪਰ ਉਹੀ ਗੱਲ ਹੈ, ਕੁਛ ਨਾ ਕੁਛ ਐਕਟੀਵਿਟੀ ਤੇ ਕਿਤੇ ਨਾ ਕਿਤੇ ਕਨਸੈਪਟ ਕਲੀਅਰ ਕਰਨ ਲਈ, ਜਿਸ ਤਰ੍ਹਾਂ ਆਪਾਂ ਕੱਲ ਵੀ ਗੱਲ ਕਰ ਰਹੇ ਹਾਂ ਕਿ ਕੋਈ ਨਾ ਕੋਈ ਪ੍ਰੋਜੈਕਟ ਹੋ ਸਕਦਾ ਹੈ, ਕਿਤੇ ਨਾ ਕਿਤੇ ਵਿਜ਼ਿਟ ਹੋ ਸਕਦੀ ਹੈਗੀ। ਕਿਉਂਕਿ ਵਿਜ਼ਿਟ ਆਪਾਂ ਆਖੀਏ ਕਿ ਅਗਰ ਉਹਨੂੰ ਵੀਵਰਸ ਆਪਾਂ ਕੋਈ ਚੀਜ਼ ਦਿਖਾ ਰਹੇ ਹਾਂ ਨਾ ਤਾਂ ਉਹਦਾ ਮਹੱਤਵ ਘੱਟ ਹੋਏਗਾ, ਮਗਰ ਅਗਰ ਉਹ ਬਿਜ਼ਨਸ ਓਰੀਐਂਟੇਸ਼ਨ ਨਾਲ ਦਿਖਾ ਰਹੇ ਹੋਵਾਂਗੇ ਕਿ ਇੱਥੇ ਆ ਬਿਜ਼ਨਸ ਹੁੰਦਾ ਹੈਗਾ ਆ, ਤੇ ਮਤਲਬ ਸਿੰਪਲ ਮੈਂ ਵੇਖਿਆ ਹੈਗਾ ਕਿ ਅਸੀਂ ਅਗਰ ਉਹਨਾਂ ਨੂੰ ਬੈਂਕ ਲੈ ਜਾਈਏ, ਸਾਡੇ ਇੱਥੇ ਵੇਰਕਾ ਦਾ ਤੁਹਾਨੂੰ ਵੇਖਿਆ ਪਲਾਂਟ ਹੈਗਾ ਆ, ਅਸੀਂ ਬੱਚੇ ਉੱਥੇ ਲੈ ਕੇ ਗਏ ਸੀ ਤੇ ਬੱਚੇ ਬਹੁਤ ਜ਼ਿਆਦਾ ਸਿੱਖਦੇ ਹੈਗੇ ਆ। ਉਹ ਐਕਟੀਵਿਟੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਬੱਚਿਆਂ ਨੂੰ ਬੜਾ ਕਾਮਯਾਬ ਕਰਦੀ ਹੈਗੀ ਆ। ਇਹ ਫਿਰ ਉਹੀ ਫਾਰਮੂਲੇ ਨੇ ਕੁਝ। ਹਾਂਜੀ, ਦੇਖੋ ਇਹਦੇ ਵਿੱਚ ਅਸੀਂ ਜਿਹੜਾ ਹੈ ਉਤਪਾਦਨ ਦੀ ਇਕਾਈਆਂ ਲਈਆਂ ਨੇ ਔਰ ਲੇਬਰ, ਇੱਕ ਫਿਕਸ ਫੈਕਟਰ ਲਿਆ ਤੇ ਇੱਕ ਵੇਰੀਏਬਲ ਲਿਆ, ਇੱਕ ਨੂੰ ਚੇਂਜ ਕਰ। ਐਗਜ਼ਾਮਪਲ ਦੇਖੋ ਕੀ ਹੈ ਕਿ ਫਿਕਸ ਜਿਹੜੀ ਜ਼ਮੀਨ ਜਿਹੜੀ ਹੈ ਮੰਨ ਲਓ ਉਹ ਤਾਂ ਉਹੀ ਰਹਿ ਗਈ ਜੀ, ਠੀਕ ਹੈ, ਉਹ ਇੱਕ ਲੈਂਡ ਤਾਂ ਉਹੀ ਹੈ। ਲੇਬਰ ਪਹਿਲੇ 1 ਲਗਾਈ, 2 ਲਗਾਏ, 3 ਲਗਾਏ, ਲੇਬਰ ਦੀ ਯੂਨਿਟ ਜਿਹੜੇ ਆ ਉਹ ਅਸੀਂ ਇੱਕ ਵਧਾ ਰਹੇ ਹਾਂ। ਟੋਟਲ ਪ੍ਰੋਡਕਸ਼ਨ ਸਾਡੇ ਕੋਲ ਆ ਰਹੀ ਹੈ 2 ਲਗਾਏ ਤਾਂ ਟੋਟਲ ਪ੍ਰੋਡਕਸ਼ਨ ਆਈ ਸਾਡੇ ਕੋਲ 5, ਠੀਕ ਹੈ, ਪਹਿਲੇ ਵਧੀ ਹੈ। 3 ਲਗਾਏ ਆ, ਸਾਡੇ ਕੋਲ ਟੋਟਲ ਪ੍ਰੋਡਕਸ਼ਨ ਜਿਹੜੀ ਹੋਊਗੀ 9, ਔਰ 4 ਲਗਾਉਣ ਦੇ ਉੱਤੇ 12। ਇਹਨੂੰ 3 ਸਟੇਜਿਸ ਤੇ ਸੀ ਵੰਡਿਆ, ਜਿੱਧਰਲੇ ਸਭ ਤੋਂ ਲਾਸਟ ਵੱਧ ਰਹੀ ਆ। ਹਾਂਜੀ, ਫਿਰ ਜਿਹੜੀ ਹੈ ਲਗਭਗ ਜਿਹੜੀ ਹੈ ਉਹ ਸਟੈਗਨੈਂਟ ਜੀ ਹੈ, ਥੋੜੀ ਘਟਦੇ ਹੈ ਔਰ ਉਸ ਤੋਂ ਬਾਅਦ ਉਹ ਨੈਗੇਟਿਵ ਹੋ ਜਾਂਦੀ ਹੈ। ਇਸ ਵਿੱਚ ਤੁਸੀਂ ਸਮਾਨ ਉਤਪਾਦਨ ਜਿਹੜਾ ਮਾਰਜਨਲ ਪ੍ਰੋਡਕਟ ਹੈ ਤੁਸੀਂ ਸਾਈਡ ਤੇ ਦੇਖੋਗੇ, ਪਹਿਲੇ 2 ਹੈ, ਫਿਰ 3 ਹੈ, ਫਿਰ 4 ਹੈ, ਉਸ ਤੋਂ ਬਾਅਦ ਫਿਰ ਘਟਣਾ ਸ਼ੁਰੂ ਹੋ ਗਿਆ। 3 2 1 ਵੱਧ ਤਾਂ ਰਿਹਾ ਹੈ ਲੇਕਿਨ ਘਟਦੀ ਦਰ ਨਾਲ ਵੱਧ ਰਿਹਾ, ਔਰ ਉਸ ਤੋਂ ਬਾਅਦ ਉਹ 0 ਹੋ ਗਿਆ ਔਰ ਉਹ ਨੈਗੇਟਿਵ। ਪਰ ਮੈਨੂੰ ਮਤਲਬ ਇਸ ਕੁਐਸਚਨ ਤੋਂ ਇਹੋ ਸਮਝ ਆ ਰਿਹਾ ਐਜ਼ ਅ ਮੈਨੇਜਰ ਕਿ ਅਗਰ ਅਸੀਂ ਚਾਹੀਏ ਕਿ ਮੇਰੇ ਕੋਲ ਇੱਕ ਫੈਕਟਰੀ ਚੱਲ ਰਹੀ ਆ, ਮੇਰਾ 10 ਦੇ ਨਾਲ ਕੰਮ ਚੱਲ ਰਿਹਾ ਆ, ਤੇ ਜੇ ਮੈਂ ਸਿੰਪਲ ਫਾਰਮੂਲਾ ਲਗਾਦਾ ਮੈਥ ਦਾ ਕਿ ਹੁਣ 20 ਲਗਾ ਕੇ ਮੈਂ ਡਬਲ ਪ੍ਰੋਫਿਟ ਡਬਲ ਸਭ ਕੁਝ ਕਰ ਲਵਾਂਗਾ, ਤੇ ਉਹ ਨਹੀਂ ਹੋ ਰਿਹਾ। ਉਹ ਨਹੀਂ, ਬਿਲਕੁਲ, ਕਿਉਂਕਿ ਇਹ ਬੜਾ ਵੱਡਾ ਇੱਕ ਸਵਾਲ ਮੈਨੂੰ ਸਮਝ ਆ ਰਿਹਾ ਆ ਕਿ ਅਗਰ ਇੰਨਾ ਆਸਾਨ ਹੁੰਦਾ ਤੇ ਕਿਸੇ ਵਾਸਤੇ ਵੀ ਉਹ ਕੀਤਾ ਜਾ ਸਕਦਾ ਹੈਗਾ ਸੀ ਕਿ ਅਸੀਂ ਉਹਨੂੰ ਡਬਲ ਕਰ ਦਿੰਦੇ, ਤੇ ਜੇ ਕੀ ਨਾ ਆ ਸਾਡਾ ਪ੍ਰੋਡਕਸ਼ਨ ਵੀ ਡਬਲ ਹੋ ਜਾਂਦਾ, ਸਾਡਾ ਪ੍ਰੋਫਿਟ ਮਾਰਜਨ ਵੀ ਡਬਲ ਹੋ ਜਾਂਦਾ, ਤੇ ਬਿਜ਼ਨਸ ਕਿੰਨਾ ਵਧੀਆ ਚੱਲ ਸਕਦਾ ਹੈਗਾ ਆ। ਮਗਰ ਕਿਤੇ ਨਾ ਕਿਤੇ ਬਿਜ਼ਨਸ ਨੂੰ ਸਮਝਣ ਲਈ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀਆਂ। ਇਹ ਸਾਰਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਵਿਦਿਆਰਥੀਆਂ ਬੱਚਿਆਂ ਨੂੰ ਸਮਝਾਉਣ ਵਾਸਤੇ, ਔਰ ਇਹੀ ਐਗਜ਼ਾਮਪਲ ਜਿਹੜੀ ਉਹ ਪੇਪਰ ਦੇ ਵਿੱਚ ਲਿਖ ਸਕਦੇ ਨੇ। ਔਰ ਇਹਦਾ ਜਿਹੜਾ ਉਸ ਤੋਂ ਬਾਅਦ ਹੈਗਾ ਸਾਰਣੀ ਦਾ ਜਿਹੜਾ ਅਸੀਂ ਗ੍ਰਾਫ ਦੇ ਉੱਤੇ ਬਣਾ ਕੇ ਦੱਸ ਸਕਦੇ ਹਾਂ। ਦੇਖੋ ਕਿਸ ਤਰੀਕੇ ਨਾਲ ਪਹਿਲੇ ਜਿਹੜਾ ਵੱਧ ਰਿਹਾ ਹੈ ਔਰ ਉਸ ਤੋਂ ਬਾਅਦ ਇੱਕ
ਵੱਧਦਾ ਰਿਹਾ ਘਟਦੇ ਦਰ ਦੇ ਨਾਲ, ਫਿਰ ਜ਼ੀਰੋ ਤੇ ਫਿਰ ਉਹ ਨੈਗੇਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ। ਦੇਖੋ ਮਾਰਜਨਲ ਪ੍ਰੋਡਕਟ ਦੀ ਥੱਲੇਰੀ ਜਿਹੜੀ ਕਰਵ ਹੈ ਪਹਿਲੇ ਵੱਧਦੀ ਹੈ, ਫਿਰ ਘਟਦੇ ਦਰ ਨਾਲ ਫਿਰ ਥੱਲੇ ਜਾ ਕੇ ਜ਼ੀਰੋ ਹੋ ਕੇ ਫਿਰ ਨੈਗੇਟਿਵ ਦੇ ਵਿੱਚ ਚਲੇ ਜਾਂਦੀ ਹੈ। ਇੱਥੇ ਟੋਟਲ ਪ੍ਰੋਡਕਟ ਕਵਰ ਜਿਹੜੀ ਕਰਵ ਜਿਹੜੀ ਉਹ ਪਹਿਲੀ ਸਟੇਜ, ਦੂਸਰੀ ਸਟੇਜ ਔਰ ਥਰਡ ਸਟੇਜ ਦੇ ਵਿੱਚ ਇਹ ਜਿਹੜੇ ਲਾਅ ਦੇ 3 ਸਟੇजेस ਨੇ ਉਹਨਾਂ ਨੂੰ ਦਰਸਾ ਰਹੀ ਹੈ। ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇ ਵਿੱਚ ਇਹ ਵੀ ਬਹੁਤ ਕਲੀਅਰ ਹੋਇਆ, ਪਰ ਇਹ ਐਗਜ਼ਾਮਪਲ ਜਿਹੜੇ ਹੈਗੇ ਨੇ ਕਾਫੀ ਹੱਦ ਤੱਕ ਸਾਨੂੰ ਹੁਣ ਕਲੀਅਰ ਕਰ ਰਹੇ ਹੈਗੇ ਨੇ ਕਿ ਕਿਸ ਤਰ੍ਹਾਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਭੂਮੀ ਦੀ ਇਕਾਈ ਵੀ ਹੋਈ ਗੱਲ ਇੱਕ ਰੱਖ ਰਿਹਾ, ਮਜ਼ਦੂਰਾਂ ਦੀ ਇਕਾਈ ਵਧਾ ਰਿਹਾ ਹੈਗਾ, ਫਿਰ ਉਸ ਤਰ੍ਹਾਂ ਦਾ ਸਾਡੇ ਕੋਲ ਫਾਰਮੂਲਾ ਆ ਰਿਹਾ ਹੈਗਾ ਆ। ਤੇ ਆਖਰੀ ਚ ਅਸੀਂ ਵੇਖਨੇ ਹੋਈ ਗੱਲ ਕਿ ਕਿਤੇ ਜ਼ੀਰੋ ਤੇ ਕਿਤੇ ਉਹ ਮਾਈਨਸ ਵਿੱਚ ਵੀ ਐਮਪੀ ਹੋ ਜਾਂਦੀ। ਔਰ ਬੱਚਿਆਂ ਨੂੰ ਇੱਕ ਚੀਜ਼ ਹੋਰ ਦੱਸਣ ਦੀ ਲੋੜ ਹੈ ਕਿ ਬੇਟਾ ਸਾਨੂੰ ਰੱਟਾ ਲਾਉਣ ਦੀ ਲੋੜ ਨਹੀਂ, ਅੱਛਾ, ਕਿਉਂਕਿ ਜਿਹੜੀ ਬੁੱਕਸ ਦੀ ਸ਼ਬਦਾਵਲੀ ਹੈ ਨਾ ਉਹ ਬਹੁਤ ਔਖੀ ਹੈ। ਬੱਚੇ ਕਈ ਵਾਰੀ ਪੜ੍ਹ ਕੇ ਵਿਚਾਰੇ ਡਰ ਹੀ ਜਾਂਦੇ ਨੇ, ਸਾਰੀ ਇਕਨੋਮੀ ਦੀ ਵਰਡ ਨਹੀਂ ਸਮਝ ਆਉਂਦੇ ਪਏ ਲਿਖੇ, ਤੇ ਉਹਨਾਂ ਨੂੰ ਮੇਰਾ ਵਿਚਾਰ ਬੇਟਾ ਤੁਹਾਨੂੰ ਐਗਜ਼ਾਮਪਲ ਸਮਝਾਈਆਂ ਜਾਂਦੀ ਹੈ ਜਿਸ ਭਾਸ਼ਾ ਤੇ ਤੁਹਾਨੂੰ ਸਾਡੇ ਅਧਿਆਪਕ ਸਮਝਾ ਰਹੇ ਨੇ, ਤੁਸੀਂ ਉਹ ਵੀ ਲਿਖੋਗੇ। ਤੁਸੀਂ ਆਸਾਨ ਨਹੀਂ ਬਣਾ ਕੇ ਜੋ ਤੁਹਾਨੂੰ ਸਮਝਾਇਆ ਕਿ ਕਿਤੇ ਟੋਟਲ ਪ੍ਰੋਡਕਟ ਵੱਧਦਾ ਫਿਰ ਘਟਦਾ ਫਿਰ ਉਸ ਤੋਂ ਬਾਅਦ ਜ਼ੀਰੋ ਹੁੰਦਾ ਫਿਰ ਮਾਈਨਸ ਚਲੇ ਜਾਂਦਾ, ਤੁਸੀਂ ਇਸ ਤਰੀਕੇ ਲਿਖ ਦਿਓਗੇ ਨਾ ਤੇ ਚੈੱਕ ਕਰਨ ਵਾਲਾ ਤੁਹਾਨੂੰ ਨੰਬਰ ਦੇਗਾ। ਤੁਸੀਂ ਭਾਵੇਂ ਆਪਣੀ ਸ਼ਬਦਾਵਲੀ ਵਰਤੋ ਤੇ ਭਾਵੇਂ ਕਿਤਾਬ ਦੀ, ਜੇ ਕਿਤਾਬ ਦੀ ਔਖੀ ਲੱਗਦੀ ਹੈ ਤੇ ਤੁਸੀਂ ਆਪਣੀ ਜਨਰਲ ਜਿਹੜੇ ਵਰਡ ਨੇ ਉਹਨਾਂ ਨੂੰ ਵੀ ਐਗਜ਼ਾਮਪਲ ਨੂੰ ਵੀ ਤੁਸੀਂ ਆਪਣੇ ਕੁਐਸਚਨ ਦੇ ਵਿੱਚ ਲਿਖ ਸਕਦੇ ਹੋ। ਤੁਹਾਨੂੰ ਅੱਜ ਖੇਚਲ ਦੇਣ ਦਾ ਨਾ ਮੂਲ ਮਕਸਦ ਵੀ ਇਹੋ ਹੀ ਹੈਗਾ ਸੀ ਕਿ ਤੁਹਾਡੀ ਜਿਹੜੀ ਸ਼ਬਦਾਵਲੀ ਹੁੰਦੀ ਹੈ ਨਾ ਬਹੁਤ ਆਸਾਨੀ ਨਾਲ ਸਮਝਾਉਣ ਵਾਲੀ ਹੁੰਦੀ ਆ, ਤੇ ਸਾਡਾ ਮੰਤਵ ਹੁੰਦਾ ਕਿ ਇੱਕ ਵੀਡੀਓ ਰਿਕਾਰਡ ਹੋ ਜਾਵੇ ਤੇ ਹਜ਼ਾਰਾਂ ਬੱਚਿਆਂ ਤੱਕ ਪਹੁੰਚ ਜਾਵੇ ਤੇ ਟੀਚਰਸ ਤੱਕ ਖਾਸ ਕਰਕੇ ਪਹੁੰਚ ਜਾਵੇ ਤੇ ਕਿਤੇ ਨਾ ਕਿਤੇ ਬੜਾ ਹੀ ਆਸਾਨ ਹੋ ਜਾਏਗਾ। ਅਸੀਂ ਵਰਦਾ ਮੋਟੀਵੇਟ ਕਰਦੇ ਹੁੰਦੇ ਆ ਕਿ ਬੱਚੇ ਜ਼ੀਰੋ ਖਰਚੇ ਵਿੱਚ ਆਪਣਾ ਹਰ ਚੀਜ਼ ਕਰ ਸਕਣ, ਤੇ ਇਹ ਅਗਰ ਉਹ ਵੀਡੀਓ ਵੇਖ ਲੈਣ ਤੇ ਬੜਾ ਹੀ ਕੁਛ ਆ ਉਹਨਾਂ ਨੂੰ ਆਸਾਨੀ ਨਾਲ, ਬਹੁਤ ਕਿਤਾਬੀ ਭਾਸ਼ਾ ਚ ਉਹਨੂੰ ਜਾਣ ਦੀ ਲੋੜ ਨਹੀਂ, ਕਿਉਂਕਿ ਇੱਕ ਕਿਤੇ ਨਾ ਕਿਤੇ ਕਮਰਸ ਦੀ ਭਾਸ਼ਾ ਤੇ ਕਿਤੇ ਨਾ ਕਿਤੇ ਇਕਨੋਮਿਕਸ ਦੀ ਭਾਸ਼ਾ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਬਹੁਤ ਲੇਮੈਨ ਦੀ ਭਾਸ਼ਾ ਹੋਣੀ ਚਾਹੀਦੀ। ਜੇ ਆਪਾਂ ਕਹੀਏ ਕਿ ਬਹੁਤ ਬਈ ਮੈਂ ਸ਼ਬਦਾਂ ਦੇ ਜੰਜਾਲ ਦੇ ਨਾਲ ਕਿਸੇ ਨੂੰ ਸਮਝਾਉਣਾ ਜਾਂ ਪੜਾਉਣਾ ਜਾਂ ਲਿਖਦਾ ਹੈਗਾ ਆ, ਤੇ ਮੈਂ ਕਹਿੰਦਾ ਹੁੰਦਾ ਕਿ ਫਿਰ ਤੇ ਨਹੀਂ ਅਸੀਂ ਕਾਮਯਾਬ ਹੋ ਸਕਦੇ। ਮੈਂ ਤਾਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਜੇ ਤੁਸੀਂ ਚਾਈਨਾ ਜਾਣਾ ਜੇ ਤੇ ਚਾਈਨਾ ਜਾ ਕੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜੇ ਚਾਈਨੀਜ਼ ਨਹੀਂ ਵੀ ਆਉਂਦੀ ਤੇ ਉੱਥੋਂ ਬਿਜ਼ਨਸ ਕਿਸ ਤਰ੍ਹਾਂ ਲੈ ਕੇ ਆਉਣਾ, ਉੱਥੇ ਕਿਸ ਤਰ੍ਹਾਂ ਡੀਲ ਕਰਕੇ ਆਉਣੀ ਹੈ, ਕਿਸ ਤਰ੍ਹਾਂ ਘੱਟ ਸ਼ਬਦਾਂ ਵਿੱਚ ਆਪਣੀ ਗੱਲ ਕਹਿ ਕੇ ਤੇ ਆਪਣੀ ਗੱਲ ਮੁਕਾ ਕੇ ਆਉਣੀ ਹੈਗੀ ਆ। ਤੇ ਮੈਂ ਕਹਿੰਦਾ ਹੁੰਦਾ ਕਿ ਚੰਗਾ ਬਿਜ਼ਨਸਮੈਨ ਤੇ ਹੱਥ ਤੇ ਲੈ ਕੇ ਦੱਸ ਦਿੰਦਾ ਸਾਹਮਣੇ ਵਾਲੇ ਨੂੰ ਕਿ ਬਈ ਆਹ ਬਿਜ਼ਨਸ ਜੇ ਕਰਨਾ ਚਾਹੁੰਦੇ ਜੇ ਕਿ ਨਹੀਂ ਕਰਨਾ ਚਾਹੁੰਦੇ, ਤੇ ਜੇ ਉਹ ਸਹਿਮਤ ਹੋਵੇ ਤੇ ਉੱਥੇ ਹੀ ਸਹਿਮਤ ਹੋ ਜਾਂਦਾ ਆ। ਇਹਦੇ ਵਿੱਚ ਕੋਈ ਸ਼ਬਦਾਂ ਦੇ ਜਾਲ ਪਾਉਣ ਦੀ ਲੋੜ ਨਹੀਂ ਹੁੰਦੀ। ਬਿਲਕੁਲ ਠੀਕ। ऐसे देखो संस्कृत ਜਿਹੜੀ ਹੈ ਸਾਡੀ ਪੁਰਾਣੀ ਭਾਸ਼ਾ ਹੈ, ਲੇਕਿਨ ਇਹ ਚਲਨ ਚ ਨਹੀਂ ਹੈ, ਕਾਰਨ ਕਿਉਂਕਿ ਬਹੁਤ ਡਿਫਿਕਲਟ ਹੈ ਜੀ। ਹਿੰਦੀ ਨੇ ਉਹਦੀ ਜਗ੍ਹਾ ਲਈ, ਹਿੰਦੀ ਐਜ਼ ਕੰਪੇਅਰ ਟੂ ਸੰਸਕ੍ਰਿਤ ਬਹੁਤ ਆਸਾਨ ਹੈ, ਭਾਵੇਂ ਉਹ ਸੰਸਕ੍ਰਿਤ ਦੀ ਹੀ ਹਿੱਸਾ ਹੈ, ਲੇਕਿਨ ਉਹਨੂੰ ਆਸਾਨ ਲੋਕ ਜਿਹੜੀ ਬੋਲੀ ਹੈ, ਲੋਕਾਂ ਦੀ ਬੋਲੀ, ਇਸ ਤਰੀਕੇ ਪੰਜਾਬੀ ਜਿਹੜੀ ਅਸੀਂ ਲੋਕਾਂ ਦੀ ਬੋਲੀ, ਉਹ ਬੋਲੀ ਦੇ ਉਹ ਸ਼ਬਦਾਵਲੀ ਨੂੰ ਅਸੀਂ ਆਪਣੇ ਜਿਹੜੇ ਕੁਐਸਚਨ ਦੇ ਆਨਸਰ ਦੇ ਵਿੱਚ ਵਰਤ ਸਕਦੇ ਹਾਂ ਜੀ। ਆਹ 3 ਪੁਆਇੰਟ ਵੀ ਸਮਝਾ ਦਿਓ। ਹਾਂਜੀ ਹਾਂਜੀ। ਉਤਪਾਦਨ ਦੀਆਂ ਵੱਖ-ਵੱਖ ਅਵਸਥਾਵਾਂ ਦੇ ਕਾਰਨ ਕੀ ਨੇ? ਪਹਿਲਾਂ ਦੇਖੋ ਸਥਿਰ ਸਾਧਨਾਂ ਦਾ ਪੂਰਨ ਉਪਯੋਗ। ਠੀਕ ਹੈ। ਜਿਹੜਾ ਸਥਿਰ ਸਾਧਨ ਹੈ, ਜ਼ਮੀਨ ਹੈ, ਫਾਰ ਐਗਜ਼ਾਮਪਲ ਤੁਸੀਂ ਕਿੱਲੇ ਦੀ ਗੱਲ ਕੀਤੀ, ਜਦੋਂ ਤੁਸੀਂ ਕਿੱਲੇ ਦੇ ਵਿੱਚ ਪਹਿਲੇ ਥੋੜੀ ਜਿਹੀ ਲਗਾ ਰਹੇ ਸੀ, ਜ਼ਿਆਦਾ ਵੱਡੀ ਏਰੀਆ 'ਚ ਲਗਾਇਆ, ਮਜ਼ਦੂਰ 1 ਦੇ 2 ਲਗਾਏ, ਉਹਨਾਂ ਨੇ ਹੋਰ ਵਧੀਆ ਤਰੀਕੇ ਲਗਾਇਆ। ਜਿਹੜੇ ਸਥਿਰ ਸਾਧਨ ਜਿਹੜੇ ਨੇ ਉਹਨਾਂ ਦਾ ਫੁੱਲ ਯੂਟਿਲਾਈਜੇਸ਼ਨ ਆਫ ਦਾ ਰਿਸੋਰਸ ਹੋ ਰਿਹਾ ਕਰਨਾ ਪਈ, ਜਿਹੜਾ ਕਿ ਅਸੀਂ ਪੂਰਾ ਯੂਜ਼ ਨਹੀਂ ਕਰ ਸਕਦੇ ਸੀ। ਮੰਨ ਲਓ ਇੱਕ ਵੱਡੀ ਦੁਕਾਨ ਹੈ ਤੇ ਉਹ ਦੁਕਾਨ ਦੇ ਵਿੱਚ ਅਸੀਂ ਥੋੜੇ ਜਿਹੇ ਹਿੱਸੇ 'ਚ ਬਹਿ ਕੇ ਕੰਮ ਕਰ ਰਹੇ, ਬਾਕੀ ਦੁਕਾਨ ਤੇ ਖਾਲੀ ਪਈ ਹੋਈ ਸੀ। ਇਹਦੇ ਨਾਲ ਉਹ ਕੀ ਚੀਜ਼ ਹੋਏਗਾ, ਸਾਰੀ ਦੁਕਾਨ ਦਾ ਯੂਟਿਲਾਈਜ਼ ਹੋਏਗਾ। ਮੈਂ ਤਾਂ ਐਗਜ਼ਾਮਪਲ ਲੈਂਦਾ ਹੁੰਦਾ ਕਿ ਜਿਸ ਤਰ੍ਹਾਂ ਮੰਨ ਲਓ ਕਿ ਮੇਰੇ ਕੋਲ ਇੱਕ ਮਸ਼ੀਨ ਹੈਗੀ ਆ, ਹੁਣ ਉਹ ਮਸ਼ੀਨ 24 ਘੰਟੇ ਚੱਲ ਸਕਦੀ ਆ, ਮਜ਼ਦੂਰ 24 ਘੰਟੇ ਨਹੀਂ ਚੱਲ ਸਕਦਾ ਹੈਗਾ, ਤੇ ਮੈਂ ਕੀ ਕਰਾਂ? ਮੈਂ 3 ਸ਼ਿਫਟਾਂ ਲਗਾ ਲਾਂ, 3 ਸ਼ਿਫਟ 'ਚ ਕੰਮ ਕੀਤਾ ਜਾ ਠੀਕ ਹੈ ਨਾ, ਤਾਂ ਕਿ ਮਸ਼ੀਨ ਤੇ 24 ਘੰਟੇ ਚੱਲੇ ਨਾ। ਅਗਰ ਮਜ਼ਦੂਰ 8 ਘੰਟੇ ਚੱਲ ਸਕਦਾ, ਉਹਨੂੰ 8 ਘੰਟੇ ਆਪਾਂ ਚਲਾ ਲਾਂ। ਉਹ ਵੀ ਵੇਰੀਏਬਲ ਹੈਗੇ ਨੇ ਜੀ, ਮਜ਼ਦੂਰ ਤੇ ਮੈਂ ਵਧਾ ਸਕਦਾ, 3 ਸ਼ਿਫਟਾਂ ਤੇ ਅਲੱਗ-ਅਲੱਗ ਮਜ਼ਦੂਰ ਲਗਾ ਸਕਦਾ। ਮਸ਼ੀਨ ਜਿਹੜੀ ਉਹ ਮੇਰੀ ਫਿਕਸਡ ਹੈ, ਉਹ ਤੇ ਮੈਨੂੰ ਫਿਕਸਡ ਕੈਪੀਟਲ ਤੇ ਜਿਹੜਾ ਇੰਟਰਸਟ ਵੀ ਪੈ ਰਿਹਾ। ਜਿਵੇਂ ਮੰਨ ਲਓ ਬੈਂਕ ਤੋਂ ਲੋਨ ਲਿੱਤਾ ਹੈ ਤੇ ਉਹ ਮਸ਼ੀਨ ਲੈਣ ਵਾਸਤੇ ਇੰਟਰਸਟ ਪੈ ਰਿਹਾ। ਸਥਿਰ ਸਾਧਨ ਦਾ ਉਹ ਕਹਿ ਰਿਹਾ ਆ ਕਿ ਪੂਰਨ ਕਰ ਲਓ ਇਸਤੇਮਾਲ, ਤੇ ਜਿਹੜਾ ਪਰਿਵਰਤਨਸ਼ੀਲ ਹੈ ਸਾਧਨ, ਉਹ ਕੀ ਕਰੀਏ? ਉਹਦੀ ਕੁਸ਼ਲਤਾ 'ਚ ਸੁਧਾਰ ਹੋ ਜਾਂਦਾ। ਠੀਕ ਹੈ। ਉਹਦੀ ਇਸ ਕਰਕੇ ਇਹ ਜਿਹੜੀ ਚੀਜ਼ ਹੈ, ਪਹਿਲੀ ਅਵਸਥਾ ਦੇ ਵਿੱਚ ਨੈਚੁਰਲੀ ਗੱਲ ਹੈ ਕਿ ਇੱਕ ਮਜ਼ਦੂਰ ਸਾਰਾ ਕੰਮ ਨਹੀਂ, 2 ਬੰਦੇ ਮਿਲ ਕੇ ਬੜੇ ਵਧੀਆ ਤਰੀਕੇ, ਤੁਸੀਂ ਕਈ ਵਾਰ ਦੇਖਿਆ ਹੋਏਗਾ, ਮੰਨ ਲਓ ਕੰਸਟਰਕਸ਼ਨ ਹੋ ਰਹੀ ਹੈ, ਇੱਕ ਮਜ਼ਦੂਰ ਸਿਰ ਤੇ 5 ਇੱਟਾਂ ਚੁੱਕ ਕੇ ਲੈ ਕੇ ਜਾ ਰਿਹਾ, ਉਹ 2 ਲੱਗ ਜਾਂਦੇ ਨੇ, 3 ਲੱਗ ਜਾਂਦੇ ਨੇ। ਉਹ ਕੀ ਕਰਦੇ ਨੇ ਕਿ ਫਲੋਰ ਤੇ ਖਲੋ ਜਾਂਦੇ, ਥੱਲੇ ਸੁੱਟਣਾ ਸ਼ੁਰੂ ਕਰ ਦਿੰਦੇ ਇੱਕ ਇੱਟ, ਉਹ ਦੂਜੇ ਨੂੰ ਤੀਜੇ ਨੂੰ, ਔਰ ਬੜੀ ਜਲਦੀ। ਯਾਨੀ ਉਹਨਾਂ ਦੇ ਜਿਹੜੇ ਸਾਧਨ ਹੈ, ਉਹਨਾਂ ਬੜਾ ਕੁਸ਼ਲਤਾ ਦੇ ਨਾਲ ਪ੍ਰਯੋਗ ਹੋਣਾ ਸ਼ੁਰੂ ਹੋ ਜਾਂਦਾ ਹੈ, ਔਰ ਸਾਧਨਾਂ ਵਿੱਚ ਉਚਿਤ ਤਾਲਮੇਲ ਬਹਿ ਜਾਂਦਾ ਹੈ।
ਐਗਜ਼ਾਮਪਲ ਜਿਵੇਂ ਮਜ਼ਦੂਰ ਇੱਕ ਦੂਜੇ ਨੂੰ ਫੜਾ ਰਿਹਾ, ਇੱਟ ਤੀਜੇ ਨੂੰ ਫੜਾ ਰਿਹਾ, ਔਰ ਇੱਟ ਬੜੀ ਛੇਤੀ ਦੂਜੀ ਮੰਜ਼ਿਲ ਤੇ ਪਹੁੰਚ ਰਹੀ ਹੈ। ਨਹੀਂ ਤਾਂ ਵਿਚਾਰਾ ਉਹ 5 ਇੱਟਾਂ ਚੁੱਕੇਗਾ, 2 ਮੰਜ਼ਿਲ ਚੜੇਗਾ, ਫਿਰ ਥੱਲੇ ਆਏਗਾ, ਫਿਰ ਲੈ ਕੇ ਜਾਏਗਾ। ਮੈਂ ਇਹਦੀ ਐਗਜ਼ਾਮਪਲ ਇਸ ਤਰ੍ਹਾਂ ਵੀ ਲੈਣਾ ਹੁੰਦਾ ਕਿ ਮੰਨ ਲਓ ਮੇਰੇ ਕੋਲ ਇੱਕ ਮਸ਼ੀਨ ਹੈਗੀ ਆ, ਮੈਂ ਉਸ ਤੋਂ ਇੱਕ ਐਵਰੇਜ ਮਜ਼ਦੂਰ ਹੈਗਾ ਆ ਜਾਂ ਕਰਮਚਾਰੀ ਹੈਗਾ ਆ, ਉਹ 100 ਟੀ-ਸ਼ਰਟਸ ਬਣਾ ਰਿਹਾ ਹੁੰਦਾ ਆ, ਹਾਂਜੀ। ਤੇ ਕਿਸੇ ਸਥਿਤੀ ਵਿੱਚ ਕੋਈ 90 ਵੀ ਬਣਾ ਰਿਹਾ ਹੁੰਦਾ, ਹਾਂਜੀ। ਤੇ ਕਿਸੇ ਸਥਿਤੀ ਵਿੱਚ ਕੋਈ 110 ਵੀ ਬਣਾ ਸਕਦਾ। ਹੁਣ ਉਹ 90, 100 ਤੇ 110 ਦਾ ਜਿਹੜਾ ਫਰਕ ਆ, ਉਹ ਮੈਂ ਫਿਰ ਵਰਡ ਇੱਥੋਂ ਹੀ ਲਵਾਂਗਾ ਕਿ ਉਹ ਫਰਕ ਕੀ ਹੈਗਾ ਆ, ਕੁਸ਼ਲਤਾ ਵਿੱਚ ਜੇ ਵਾਧਾ ਆਪਾਂ ਕਰਾ ਸਕੀਏ। ਜੇ ਉਹ ਕੁਸ਼ਲਤਾ ਵਿੱਚ ਵਾਧਾ ਹੋਇਆ ਤੇ 90 ਵਾਲੀ ਚੀਜ਼ 100 ਤੇ 100 ਵਾਲੀ ਚੀਜ਼ 110 ਤੇ ਹੋ ਸਕਦੀ ਹੈ। ਬਿਲਕੁਲ। ਤੇ ਆਖਰੀ ਥਰਡ ਪੁਆਇੰਟ ਕੀ ਕਹਿਣਾ ਚਾਹੁੰਦੇ ਜੀ? ਸਾਧਨਾ ਦਾ ਉਚਿਤ ਤਾਲਮੇਲ ਜਿਹੜੀ ਮੈਂ ਗੱਲ ਕੀਤੀ ਹੈ ਕਿ ਆਪਸ ਚ ਉਹਨਾਂ ਦਾ ਬੜਾ ਅੱਛਾ ਤਾਲਮੇਲ। ਫਾਰ ਐਗਜ਼ਾਮਪਲ ਹੈ, ਖੇਤ ਦੀ ਗੱਲ ਕਰੀਏ, ਇੱਕ ਬੰਦਾ 3 ਮਜ਼ਦੂਰ ਲਗਾਏ ਨੇ, ਇੱਕ ਬੰਦੇ ਦਾ ਕੰਮ ਹੈ ਵੀ ਤੂੰ ਟਰੈਕਟਰ ਦੇ ਨਾਲ ਉਹਨੂੰ ਸਾਰਾ ਸਾਫ਼ ਕਰ ਦੇਣਾ ਜਾਂ ਉਹਨੂੰ ਹੋਰ ਤੇ ਕਿਆਰੀਆਂ ਬਣਾ ਦੇਣੀਆਂ, ਠੀਕ ਹੈ। ਦੂਜਾ ਬੰਦਾ ਆ ਰਿਹਾ, ਉਹਦਾ ਕੰਮ ਹੈ ਸਿੱਧਾ ਬੀਂ ਪਾਈ ਜਾਣੇ। ਤੀਜਾ ਬੰਦਾ ਪਿੱਛੇ ਪਾਣੀ ਲਗਾ ਰਿਹਾ। ਇੱਕ ਆਪਸ ਚ ਤਾਲਮੇਲ ਹੋ ਗਿਆ, 3 ਬੰਦੇ ਮਿਲ ਕੇ। ਜਿਵੇਂ ਮਜ਼ਦੂਰ ਦੀ ਐਗਜ਼ਾਮਪਲ ਦੀ ਟੀਟਾ ਟੁੱਟਣ ਵਾਲੀ, ਉਹ ਵੀ ਇੱਥੇ ਪੂਰੀ ਟੁੱਕਦੀ ਹੈ ਕਿ ਇਸ ਤਰੀਕੇ ਤਾਲਮੇਲ ਉਹਨਾਂ ਦੇ ਨਾਲ ਕੰਮ ਕੀਤਾ ਜਾ ਸਕਦਾ। ਠੀਕ ਹੈ ਜੀ, ਇਹ 3 ਚੀਜ਼ਾਂ ਆਪਾਂ ਕਰ ਲਈਏ। ਐਜ਼ ਅ ਬਿਜ਼ਨਸਮੈਨ ਨੂੰ ਬਹੁਤ ਧਿਆਨ ਨਾਲ ਸਮਝਣਾ ਚਾਹੁੰਦਾ ਸੀ ਕਿ ਇੱਕ ਤਾਂ ਸਥਿਰ ਸਾਧਨ ਜਿਹੜਾ ਮੇਰੇ ਕੋਲ ਹੈਗਾ, ਜਿਹਨੂੰ ਮੈਂ ਮਸ਼ੀਨ ਕਹਿ ਰਿਹਾ ਜਾਂ ਤੁਸੀਂ ਲੈਂਡ ਦਾ ਐਗਜ਼ਾਮਪਲ ਲੈ ਰਹੇ ਜੇ, ਉਹਦਾ ਪੂਰਨ ਪ੍ਰਯੋਗ ਕਰੀਏ। ਬਿਲਕੁਲ। ਜਿਹੜੇ ਸਾਡੇ ਕੋਲ ਉੱਥੇ ਮਜ਼ਦੂਰ ਲੱਗੇ ਨੇ ਜਾਂ ਕੋਈ ਵੀ ਪਰਿਵਰਤਨਸ਼ੀਲ ਸਾਧਨ ਜਿਹੜਾ ਵੀ ਆ, ਉਹਦੀ ਕੁਸ਼ਲਤਾ ਵਧਾ ਦਈਏ। ਇਸ ਵਰਡ ਨੂੰ ਮੈਂ ਭਲਾ ਕਿੱਧਰ ਖੜਨਾ ਚਾਹੁੰਦਾ, ਟੀਚਰ ਟ੍ਰੇਨਿੰਗ ਵਾ। ਸਰ ਅੱਜ ਸਾਡੇ ਟੀਚਰਾਂ ਵਿੱਚ ਕੋਈ ਕਮੀ ਨਹੀਂ ਹੈਗੀ, ਮਗਰ ਕਿਤੇ ਨਾ ਕਿਤੇ ਅਗਰ ਆਪਾਂ ਚਾਹੁੰਦੇ ਹਾਂ ਕਿ ਉਹਨਾਂ ਦੀ ਕਾਰਜ ਕੁਸ਼ਲਤਾ ਵਧੇ ਤੇ ਉਹ ਫਿਰ ਕਿਸ ਤਰ੍ਹਾਂ ਵੱਧ ਸਕਦੀ? ਉਹਦੇ ਲਈ 2 ਹੀ ਵਰਡ ਹੈਗੇ ਨੇ, ਟੀਚਰ ਟ੍ਰੇਨਿੰਗ। ਅਗਰ ਟੀਚਰ ਟ੍ਰੇਨਿੰਗ 'ਚ ਵਾਧਾ ਹੋ ਜਾਵੇ, ਕਿਤੇ ਨਾ ਕਿਤੇ ਉਹਨਾਂ ਨੂੰ ਉਹ ਦੱਸਿਆ ਜਾ ਸਕੇ। ਹੁਣ ਜਿਸ ਤਰ੍ਹਾਂ ਤੁਸੀਂ ਅੱਜ ਆ ਸਲਾਈਡ ਦੇਤੀ ਆ, ਤੇ ਮੈਂ ਸੋਚਦਾ ਕਿ ਹਜ਼ਾਰਾਂ ਹੀ ਬੱਚਿਆਂ ਦਾ ਅੱਜ ਭਲਾ ਹੋ ਗਿਆ ਆ ਇਸ ਲੈਸਨ ਦੇ ਨਾਲ। ਅਗਰ ਤੁਸੀਂ ਆ ਫਾਰਮੂਲਾ ਤੁਸੀਂ ਆਪਣੇ ਕਲਾਸ ਵਿੱਚ ਦੱਸ ਦਿੱਤਾ ਤੇ ਉਹ ਬੱਚਿਆਂ ਨੂੰ ਮਿਲ ਗਿਆ, ਪਰ ਜੇ ਤੁਸੀਂ ਟੀਚਰ ਨੂੰ ਦੱਸਤਾ ਤੇ ਉਹ ਹਜ਼ਾਰਾਂ ਹੀ ਬੱਚਿਆਂ ਨੂੰ ਮਿਲ ਗਿਆ। ਸਰ ਤੁਹਾਨੂੰ ਯਾਦ ਹੋਏਗਾ 2015, 16, 17 ਦੇ ਵਿੱਚ ਅਸੀਂ GIST ਦੇ ਵਿੱਚ ਜਿਹੜੇ ਸਰਕਾਰ ਦੇ ਦੁਆਰਾ ਇਨ ਸਰਵਿਸ ਟੀਚਰ ਟ੍ਰੇਨਿੰਗ ਸੈਂਟਰ ਚਲਾਏ ਜਾਂਦੇ ਸੀ, ਉਹਨਾਂ ਦੀ ਪਿਛਲੀ ਸੋਚ ਜਿਹੜੀ ਮੋਟਿਵ ਇਹੀ ਸੀਗਾ ਕਿ ਟੀਚਰ ਟ੍ਰੇਨਿੰਗ, ਰੈਗੂਲਰ ਟੀਚਰ ਟ੍ਰੇਨਿੰਗ। ਉਹ ਜੀ ਇੰਸਟੀਟਿਊਸ਼ਨ ਹੁੰਦੇ ਸੀਗੇ ਜਿੱਥੇ ਉਹਨਾਂ ਦੀ ਲੈਬ ਬਣੀਆਂ ਹੋਈਆਂ ਨੇ, ਟੀਚਰ ਆ ਕੇ ਉੱਥੇ ਰੈਗੂਲਰਲੀ ਪੁੱਛ ਸਕਦੇ ਨੇ। ਜ਼ਰੂਰੀ ਨਹੀਂ ਹੈ ਕਿ ਡਿਊਰਿੰਗ ਜਿਹੜਾ ਲੈਕਚਰ ਟ੍ਰੇਨਿੰਗ ਦੇ ਵਿੱਚ ਉਹਨਾਂ ਨੇ ਕੁਝ ਨਾ ਕੁਝ ਕਰਨਾ। ਜੀ ਉਹ ਕਿਸੇ ਟਾਈਮ ਵੀ ਆ ਕੇ ਕੋਈ ਵੀ ਯੋਗ ਅਗਵਾਈ ਉੱਥੇ ਬੈਠੇ ਜਿਹੜੇ ਐਕਸਪਰਟ ਨੇ ਉਹਨਾਂ ਕੋਲੋਂ ਲੈ ਸਕਦੇ। ਉਹ ਟੀਚਰ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਉਹ ਕਾਰਜ ਕੁਸ਼ਲਤਾ 'ਚ ਜਿਹੜਾ ਵਾਧਾ ਨਾ, ਉਹ ਮੈਂ ਟੀਚਰ ਦੇ ਪੁਆਇੰਟ ਆਫ ਵੀ ਨਾਲ ਸੋਚਦਾ ਹਾਂ, ਤੇ ਉਹ ਕਿਸ ਤਰ੍ਹਾਂ ਹੋਏਗਾ? ਉਹ ਤਾਂ ਫਿਰ ਟੀਚਰ ਟ੍ਰੇਨਿੰਗ ਨਹੀਂ ਹੋਏਗਾ ਨਾ। ਬਿਲਕੁਲ। ਅਗਰ ਇਹ ਕਰ ਸਕੀਏ ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਰਿਜ਼ਲਟ ਆ ਉਹ 100% ਫਿਰ ਕੋਈ ਰੋਕ ਨਹੀਂ ਸਕਦਾ ਹੈਗਾ। ਤੇ ਮੈਂ ਤੁਹਾਡੇ ਕੋਲ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਜਿਹੜਾ ਤੁਸੀਂ QR ਕੋਡ ਦਾ ਯੂਜ਼ ਕਰਦੇ ਜੇ, ਇਹ ਮੈਨੂੰ ਬਹੁਤ ਵਧੀਆ ਲੱਗਾ। ਸਰ ਇਹ ਬਹੁਤ ਸਿੰਪਲ ਹੈ ਜੀ। ਅੱਜ ਕੱਲ੍ਹ ਸਾਰਿਆਂ ਕੋਲ ਮੋਬਾਈਲ ਤੇ QR ਕੋਡ ਸਕੈਨ ਕਰ ਲਓਗੇ, ਤੁਹਾਡੀ ਸਿੱਧੀ ਸਲਾਈਡ ਤੇ ਤੁਸੀਂ ਪਹੁੰਚ ਜਾਓਗੇ। ਤੁਸੀਂ ਕਿਸੇ ਲਿੰਕ 'ਚ ਜਾਣ ਦੀ ਲੋੜ ਨਹੀਂ। ਯਾਨੀ ਆ ਸਲਾਈਡ ਤੁਹਾਨੂੰ ਚਾਹੀਦੀ ਹੈ, ਤੁਸੀਂ ਇਹਨੂੰ ਸਕੈਨ ਕਰਨਾ ਆ ਤੇ ਤੁਹਾਨੂੰ ਅਵੇਲੇਬਲ ਹੋਗੀ। ਤੁਸੀਂ ਬੱਚੇ ਨੂੰ ਦੇਖੋ, ਬੜਾ ਅੱਜ ਕੱਲ੍ਹ ਬੜਾ ਪਪੂਲਰ ਹੈ। ਤੁਸੀਂ Paytm ਕਰਨਾ, ਕਿਸੇ ਨੂੰ ਪੈਸੇ Google Pay ਕਰਨੇ, ਹਰ ਦੁਕਾਨ ਦੇ ਉੱਤੇ ਲੱਗਾ ਹੋਇਆ। ਤੇ ਮੈਂ ਸੋਚਿਆ ਕਿਉਂ ਨਾ ਆਪਾਂ ਇਹ ਚੀਜ਼ ਨੂੰ ਜਿਹੜਾ ਆਪਣੀ ਟੀਚਿੰਗ ਮੈਥਡੋਲੋਜੀ 'ਚ ਵੀ ਯੂਜ਼ ਕਰੀਏ, ਬੁੱਕਸ 'ਚ ਵੀ ਯੂਜ਼ ਕਰੀਏ ਕਿ ਬੱਚਾ ਉਹਨੂੰ ਸਕੈਨ ਕਰੇ ਔਰ ਸਾਰਾ ਚੈਪਟਰ ਸਾਹਮਣੇ ਮੋਬਾਈਲ ਤੇ ਖੁੱਲ ਜਾਏ। ਜੀ ਰਾਜਵਿੰਦਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਏ, ਤੁਸੀਂ ਇੰਨਾ ਯੋਗਦਾਨ ਦੇ ਰਹੇ ਜੇ ਟੀਚਰ ਟ੍ਰੇਨਿੰਗ ਅਤੇ ਕੀ ਨਾ ਬੱਚਿਆਂ ਦੇ 100% ਰਿਜ਼ਲਟ ਵਾਸਤੇ ਜੱਦੋ ਜਹਿਦ 'ਚ ਲੱਗੇ ਜੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ ਰੀਅਲ ਫॉर ਜੀ।